श्री नानक पद पंकज बंदना पद पंकज बंदना सिमरायंगद दुख निकंदना अमरदास गुर हृदय श्री गुरु रामदास गुण गावा श्री अर्जुन विघ्न के नाशक विघ्न के नाशक हर गोबिंद शुभ सुमत प्रकाशक श्री हरि राय नमोकार जोरी नमोकार जोरी गोर हर कृष्ण मनाए बहोरी तेग बहादुर परम कृपाला परम कृपाला श्री गुरु गोबिंद सिंह विशाला तरा तरा पर पौन पौन सीसा पौन पौन सीसा बंदा बार बार जगदीशा जिसमें है अमृत ज्ञान है मानक भगत वैराग श्री गुरु ग्रंथ साहिब उदद बंदा कर अनुराग श्री गुर शब्द कमाए जिना जीते पंच बेकार तिन संतन का बंदना सिर चरणन पर तार एकंकारा सतगुरु तेह प्रसाद सच होए वाहिगुरु जी की फतेह विघ्न विनाशन सोए सगल द्वार का छाड़ के गहियो तुहारो द्वार बाहे गहे की लाज आस गोबिंद दास तुहार। वाहिगुरु जी जच होवर आए स्वनुसारी तन मैं तू मेरो हितकारी
ਬੰਦ ਹਾਥ ਮਹਿਮਾਨ ਰਜਾਇਆ। ਕਹਿਓ ਜੇ ਰਾਵਰ ਕੀ ਆਸ ਦਾਇਆ। ਪਤਤ ਪਾਵਨ ਭਗਤ ਵਸ਼ਲ ਦੀਨਾ ਬੰਧੂ ਸਮੁੱਚੀ ਮਾਨਵਤਾ ਦੇ ਰਹਿਬਰ ਚਵਰ ਛਤਰ ਤਖਤ ਦੇ ਮਾਲਕ ਗੁਰਤਾ ਗੱਦੀ ਉੱਪਰ ਸਭਾਏ ਮਾਨ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ। ਤਿਨਾਂ ਦੀ ਪਾਕ ਪਵਿੱਤਰ ਹਜ਼ੂਰੀ ਅੰਦਰ ਸਭਾਏ ਮਾਨ ਅਤੇ ਸਭਾਏ ਮਾਨ ਹੋ ਰਹੀ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਗੁਰ ਫਤਿਹ ਵਿੱਚ ਸਾਂਝ ਪਾ ਕਰਕੇ ਆਪਣੀ ਰਸਨਾ ਨੂੰ ਪਵਿੱਤਰ ਕਰਨਾ ਕਰੋ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਰਬੱਤ ਸੰਗਤ ਬੜੇ ਪ੍ਰੇਮ ਵਿੱਚ ਆ ਕਰਕੇ ਕਹਿਣਾ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਤੇ ਸਤਿਗੁਰਾਂ ਜੀ ਦੀ ਬੜੀ ਮਹਾਨ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ, ਜਿਸ ਬਖਸ਼ਿਸ਼ ਦੇ ਸਦਕਾ ਆਪ ਸਰਬੱਤ ਸੰਗਤ ਆਪੋ ਆਪਣੇ ਦੁਨਿਆਵੀ ਕਾਰ ਵਿਹਾਰਾਂ ਤੋਂ ਸੰਕੋਚ ਕਰਦਿਆਂ ਹੋਇਆਂ ਸਿੱਖ ਪੰਥ ਦੇ ਚੌਥੇ ਮਹਾਨ ਤਖਤ ਸ੍ਰੀ ਦਮਦਮਾ ਸਾਹਿਬ ਗੁਰੂ ਕਾਸ਼ੀ ਤਲਵੰਡੀ ਸਾਬੋ ਵਿਖੇ ਪਹੁੰਚ ਕਰਕੇ ਦੂਰੋਂ ਨੇੜਿਓਂ ਚੱਲ ਕਰਕੇ ਪਾਤਸ਼ਾਹ ਜੀ ਦੇ ਪਵਿੱਤਰ ਚਰਨ ਪਰਸ ਰਹੇ ਹੋ। ਸਤਿਗੁਰਾਂ ਜੀ ਦੀ ਬੜੀ ਮਹਾਨ ਕਿਰਪਾ ਹੋਈ। ਦਿਨ ਦੇ ਜੋ ਪਹਿਲੇ ਪਹਿਰ ਦੇ ਦੀਵਾਨ ਸਨ, ਸਤਿਗੁਰਾਂ ਜੀ ਦੀ ਕਿਰਪਾ ਦੇ ਸਦਕਾ ਸੰਪੂਰਨ ਹੋਏ। ਸੋ ਇਸ ਵਕਤ ਸ਼ਾਮ ਸੰਧਿਆ ਦਾ ਦੀਵਾਨ ਸਤਿਗੁਰਾਂ ਜੀ ਦੀ ਕਿਰਪਾ ਦੇ ਸਦਕਾ ਸੱਜਿਆ ਹੈ। ਸੱਜੇ ਹੋਏ ਦੀਵਾਨ ਦੇ ਅੰਦਰ ਗੁਰੂ ਘਰ ਦੇ ਹਜ਼ੂਰੀ ਰਾਗੀ ਸਿੰਘਾਂ ਦੇ ਜਥੇ ਪਾਸੋਂ ਆਪ ਸਰਬੱਤ ਸੰਗਤ ਨੇ ਤੁਰਕੀ ਬਾਣੀ ਦੇ ਰਸ ਭਿੰਨੜੇ ਸ਼ਬਦਾਂ ਦਾ ਕੀਰਤਨ ਬੜੇ ਪ੍ਰੇਮ ਦੇ ਸਹਿਤ ਬੈਠ ਕਰਕੇ ਸਰਵਣ ਕੀਤਾ। ਸੋ ਹੁਣ ਗੁਰੂ ਪਿਆਰੀ ਸੰਗਤ ਜੀ, ਇਸ ਪਵਿੱਤਰ ਅਸਥਾਨ ਦੀ ਨਿਤ ਦੀ ਮਰਿਆਦਾ ਦੇ ਅਨੁਸਾਰ ਹੁਣ ਸਮਾਂ ਹੋ ਚੁੱਕਾ ਹੈ। ਚੱਲ ਰਹੀ ਲੜੀਵਾਰ ਗੁਰ ਇਤਿਹਾਸ ਦੀ ਕਥਾ ਵਿਚਾਰਤਾ ਦਾ। ਜਗਤ ਜਲੰਦੇ ਨੂੰ ਤਾਰਨ ਵਾਲੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਜੀਵਨ ਕੌਤਕਾਂ ਦੀ ਕਥਾ ਵਿਚਾਰਤਾ ਚੱਲ ਰਹੀ ਹੈ। ਲੜੀਵਾਰ ਕਥਾ ਦੇ ਵਿੱਚੋਂ ਭਗਤ ਪ੍ਰਹਿਲਾਦ ਜੀ ਦੇ ਪਵਿੱਤਰ ਜੀਵਨ ਕੌਤਕਾਂ ਦੀ ਕਥਾ ਦੇ ਪ੍ਰਵਾਹ ਚੱਲੇ। ਪਿਛਲੇ ਪ੍ਰਸੰਗਾਂ ਦੇ ਵਿੱਚ ਆਪ ਸਰਬੱਤ ਸੰਗਤ ਨੇ ਸਰਵਣ ਕੀਤਾ। ਭਗਤ ਪ੍ਰਹਿਲਾਦ ਜੀ ਦੀ ਪੈਜ ਅਕਾਲ ਪੁਰਖ ਵਾਹਿਗੁਰੂ ਨੇ ਨਰ ਸਿੰਘ ਦਾ ਅਵਤਾਰ ਧਾਰ ਕੇ ਰੱਖਣਾ ਕੀਤੀ। ਸੋ ਜਦੋਂ ਹਰਨਾਕਸ਼ ਨੂੰ ਮਾਰ ਦਿੰਦੇ ਹਨ ਨਰ ਸਿੰਘ ਅਵਤਾਰ, ਵੀਰ ਰਸ ਵਿੱਚ ਇਤਨੇ ਆਏ ਹੋਏ ਹੁੰਦੇ ਹਨ ਕਿ ਕ੍ਰੋਧ ਉਹਨਾਂ ਦੇ ਉੱਪਰ ਬਹੁਤ ਜ਼ਿਆਦਾ ਪ੍ਰਚੰਡ ਹੈ, ਬਹੁਤ ਜ਼ਿਆਦਾ ਗੁੱਸੇ ਵਿੱਚ ਆਏ ਹੋਏ ਹਨ। ਸਾਰੇ ਦੇਵੀ ਦੇਵਤੇ ਰਲ ਮਿਲ ਕਰਕੇ ਨਰਸਿੰਘ ਅਵਤਾਰ ਨੂੰ ਸ਼ਾਂਤ ਕਰਨ ਵਾਸਤੇ ਉਹਨਾਂ ਦੀ ਵਡਿਆਈ ਕਰਦੇ ਹਨ ਅਤੇ ਕਈਆਂ ਤਰੀਕਿਆਂ ਦੀਆਂ ਜੁਗਤੀਆਂ ਵਰਤਦੇ ਹਨ। ਪਰ ਨਰਸਿੰਘ ਅਵਤਾਰ ਦਾ ਜਿਹੜਾ ਗੁੱਸਾ ਹੈ ਠੰਡਾ ਨਹੀਂ ਹੁੰਦਾ। ਫਿਰ ਅਖੀਰ ਵਿੱਚ ਜਾ ਕਰਕੇ ਭਗਤ ਪ੍ਰਹਿਲਾਦ ਜੀ ਨੂੰ ਬੇਨਤੀ ਕਰਦੇ ਹਨ ਕਿ ਤੁਹਾਡੀ ਪੈਜ ਰੱਖਣ ਵਾਸਤੇ ਭਗਵਾਨ ਨਰਸਿੰਘ ਨੇ ਅਵਤਾਰ ਧਾਰਿਆ, ਤੁਹਾਡੀ ਜ਼ਰੂਰ ਮੰਨਣਾ ਕਰਨਗੇ, ਕਿਉਂਕਿ ਭਗਤ ਮੁਖੈ ਤੇ ਬੋਲਦੇ ਸੇ ਵਚਨ ਹਵੰਦੇ, ਪ੍ਰਗਟ ਪਹਾਰਾ ਜਾਪਦਾ ਸਭ ਲੋਕ ਸੁਣੰਦੇ। ਸੋ ਭਗਤ ਪ੍ਰਹਿਲਾਦ ਜੀ ਸਾਰੇ ਦੇਵੀ ਦੇਵਤਿਆਂ ਦੀ ਬੇਨਤੀ ਨੂੰ ਮੰਨ ਕਰਕੇ ਭਗਵਾਨ ਨਰਸਿੰਘ ਦੇ ਪਾਸ ਜਾਂਦੇ ਹਨ ਅਤੇ ਨਿਮਰਤਾ ਦੇ ਸਹਿਤ ਬੇਨਤੀਆਂ ਕਰਦੇ ਹਨ। ਤਿੰਨਾਂ ਦੀਆਂ ਨਿਮਰਤਾ ਭਰੀਆਂ ਬੇਨਤੀਆਂ ਨੂੰ ਸੁਣ ਕਰਕੇ ਭਗਵਾਨ ਨਰਸਿੰਘ ਜੀ ਸ਼ਾਂਤ ਹੋ ਜਾਂਦੇ ਹਨ ਅਤੇ ਕਿਰਪਾ ਦੇ ਘਰ ਵਿੱਚ ਆ ਕਰਕੇ ਕਹਿੰਦੇ ਹਨ ਕਿ ਅਸੀਂ ਤੇਰੇ ਤੇ ਬਹੁਤ ਜ਼ਿਆਦਾ ਖੁਸ਼ ਹਾਂ, ਤੂੰ ਸਾਡੀ ਖੁਸ਼ੀ ਲੈਣ ਵਾਸਤੇ ਸਾਡੇ ਪਾਸੋਂ ਜੋ ਵਰ ਹੈ ਮੰਗਣਾ ਕਰ। ਭਗਤ ਪ੍ਰਹਿਲਾਦ ਜੀ ਨਰਸਿੰਘ ਅਵਤਾਰ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਨ
ਕਿ ਆਪ ਜੀਆਂ ਨੇ ਗਰੀਬ ਦੀ ਪੈਜ ਰੱਖ ਕਰਕੇ ਮੈਨੂੰ ਨਵਾਜ ਦੇਣਾ ਕੀਤਾ। ਸੋ ਮੇਰੀ ਦੁਨਿਆਵੀ ਪਦਾਰਥਾਂ ਨੂੰ ਲੈ ਕਰਕੇ ਜਿਹੜੀ ਇੱਛਾ ਹੈ ਰੱਤੀ ਮਾਤਰ ਵੀ ਨਹੀਂ। ਸੋ ਭਗਵਾਨ ਨਰ ਸਿੰਘ ਜੀ ਕਹਿੰਦੇ ਹਨ ਕਿ ਤੂੰ ਮੇਰਾ ਸਭ ਤੋਂ ਵੱਡਾ ਪ੍ਰੇਮੀ ਭਗਤ ਹੈ ਅਤੇ ਮੇਰਾ ਸਭ ਤੋਂ ਪਿਆਰਾ ਭਗਤ ਹੈ। ਮੇਰੀ ਬੜੀ ਇੱਛਾ ਹੈ ਤੂੰ ਮੈਨੂੰ ਖੁਸ਼ ਕਰਨ ਵਾਸਤੇ ਮੇਰੇ ਪਾਸੋਂ ਵਰ ਲੈਣਾ ਕਰ। ਮੈਂ ਜਾਣਦਾ ਕਿ ਤੂੰ ਮੇਰੀ ਭਗਤੀ ਕਰਕੇ ਤੈਨੂੰ ਦੁਨਿਆਵੀ ਪਦਾਰਥਾਂ ਦਾ ਜਿਹੜਾ ਮੋਹ ਹੈ ਨਹੀਂ ਰਹਿਣਾ ਕੀਤਾ, ਸਾਰਾ ਮੋਹ ਖਤਮ ਹੋ ਜਾਣਾ ਕੀਤਾ। ਪਰ ਫਿਰ ਵੀ ਮੇਰੀ ਇਹ ਇੱਛਾ ਹੈ ਕਿ ਤੂੰ ਮੇਰੇ ਪਾਸੋਂ ਵਰ ਮੰਗੇ। ਸੋ ਉਸ ਵਕਤ ਆਪ ਜੀਆਂ ਨੇ ਇੱਥੋਂ ਤੱਕ ਕਥਾ ਵਿਚਾਰਤਾ ਸਰਵਣ ਕੀਤੀ ਸੀ। ਅੱਗੇ ਜਿਸ ਪ੍ਰਕਾਰ ਵੀ ਕਥਾ ਵਿਚਾਰਤਾ ਆਵੇਗੀ, ਆਪ ਸਰਬੱਤ ਸੰਗਤ ਨੇ ਆਪਣੇ ਮਨ ਦੀਆਂ ਬਿਰਤੀਆਂ ਨੂੰ ਇਕਾਗਰ ਚਿੱਤ ਕਰਦਿਆਂ ਹੋਇਆਂ ਸਰਵਣ ਕਰਨਾ ਜੀ। ਵਾਹਿਗੁਰੂ ਜੀ ਜਾਚੋ ਬਰ ਆਏ ਸੋ ਅਨੁਸਾਰੀ। ਅਤੇ ਉਸ ਵਕਤ ਭਗਤ ਪ੍ਰਹਿਲਾਦ ਜੀ ਕਹਿੰਦੇ ਹਨ ਕਿ ਜਦੋਂ ਭਗਵਾਨ ਨੇ ਮੈਨੂੰ ਵਿਸ਼ੇਸ਼ ਕਰਕੇ ਕਹਿਣਾ ਕੀਤਾ ਕਿ ਵਰ ਮੰਗ, ਮੇਰੀ ਖੁਸ਼ੀ ਹੈ ਤੇਰੇ ਤੇ। ਭਗਵਾਨ ਦਾ ਐਸਾ ਹੁਕਮ ਸੁਣ ਕਰਕੇ, ਐਸੀ ਰਜਾ ਸੁਣ ਕਰਕੇ ਉਹਨਾਂ ਦੇ ਪਾਸੋਂ ਮੈਂ ਫਿਰ ਵਰ ਮੰਗਣਾ ਕੀਤਾ। ਤਨ ਮੈਂ ਤੂੰ ਮੇਰੋ ਹਿਤਕਾਰੀ। ਅਤੇ ਭਗਵਾਨ ਨਰ ਸਿੰਘ ਕਹਿੰਦੇ ਹਨ ਕਿ ਤੂੰ ਮੇਰਾ ਸਰੀਰ ਕਰਕੇ, ਮਨ ਕਰਕੇ ਮੇਰਾ ਅਤਿਅੰਤ ਅਨੰਨ ਮੇਰਾ ਭਗਤ ਹੈ। ਬੰਦ ਹਾਥ ਮੈਂ ਮਾਨ ਰਜਾਇਆ। ਅਤੇ ਉਸ ਵਕਤ ਭਗਵਾਨ ਨਰ ਸਿੰਘ ਦੀ ਮੈਂ ਆਗਿਆ ਨੂੰ ਮੰਨ ਕਰਕੇ, ਉਹਨਾਂ ਦੇ ਹੁਕਮ ਨੂੰ ਮੰਨ ਕਰਕੇ ਕਹਿਓ ਜੇ ਰਾਵਰ ਕੀ ਆਸ ਦਾਇਆ। ਉਸ ਵਕਤ ਮੈਂ ਭਗਵਾਨ ਨਰ ਸਿੰਘ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਹੇ ਭਗਵਾਨ, ਜੇਕਰ ਤੁਹਾਡੀ ਐਸੀ ਇੱਛਾ ਹੈ ਕਿ ਮੈਂ ਤੁਹਾਥੋਂ ਵਰ ਮੰਗਦਾ ਤਾਂ ਮੇਰੀ ਇਹ ਇੱਛਾ ਹੈ ਸਰਬ ਕਾਮਨਾ ਉਰ ਜਰ ਜਾਵ ਹੈ ਕਿ ਮੇਰੇ ਮਨ ਦੇ ਵਿੱਚ ਜਿਹੜੀਆਂ ਦੁਨਿਆਵੀ ਪਦਾਰਥਾਂ ਨੂੰ ਲੈ ਕਰਕੇ ਜਿਹੜੀਆਂ ਇੱਛਾਵਾਂ ਫੁਰਦੀਆਂ ਨੇ, ਜਿਹੜੇ ਫੁਰਨੇ ਫੁਰਦੇ ਨੇ, ਅਗਾਂਹ ਵਾਸਤੇ ਵੀ ਜਿਹੜੇ ਨਾ ਫੁਰਿਆ ਕਰਨ। ਸਾਰੀਆਂ ਜਿਹੜੀਆਂ ਮੇਰੀਆਂ ਕਾਮਨਾਵਾਂ ਹਨ, ਮੇਰੀਆਂ ਮੁਰਾਦਾਂ ਹਨ, ਉਹਨਾਂ ਦੀ ਜਿਹੜੀ ਪ੍ਰਬਲ ਇੱਛਾ ਹੈ ਮੇਰੇ ਅੰਦਰੋਂ, ਜਿਨ੍ਹਾਂ ਦੀ ਚਾਹਤ ਪੱਕੇ ਤੌਰ ਤੇ ਹੀ ਖਤਮ ਹੋ ਜਾਣਾ ਕਰੇ, ਸੜ ਜਾਣਾ ਕਰੇ। ਤਾਪ ਪਗ ਭਗਤ ਸਦਾ ਰਤ ਭਾਵ ਹੈ। ਅਤੇ ਮੈਨੂੰ ਕੇਵਲ ਤੇ ਕੇਵਲ ਇਸ ਦੁਨੀਆ ਦੇ ਵਿੱਚ ਰਾਜ ਨਾ ਚਾਹੂੰ, ਮੁਕਤ ਨਾ ਚਾਹੂੰ, ਮਨ ਪ੍ਰੀਤ ਚਰਨ ਕਮਲਾਰੇ। ਮੈਨੂੰ ਨਾ ਰਾਜ ਚਾਹੀਦਾ ਹੈ, ਨਾ ਭਾਗ ਚਾਹੀਦਾ ਹੈ, ਨਾ ਰਾਜੋ ਭਾਗ, ਸ਼ਾਨੋ ਸ਼ੌਕਤ, ਸ਼ੌਹਰਤ ਚਾਹੀਦੀ ਹੈ। ਮੇਰੀ ਤਾਂ ਬਸ ਇਹੋ ਇੱਛਾ ਹੈ ਕਿ ਮੈਂ ਨਿਸ਼ਕਾਮ ਹੋ ਕਰਕੇ ਤੁਹਾਡੇ ਚਰਨਾਂ ਦੀ ਭਗਤੀ ਦੇ ਪ੍ਰੇਮ ਵਿੱਚ ਜਿਹੜਾ ਮੇਰਾ ਮਨ ਹੈ ਸਦਾ ਵਾਸਤੇ ਰੰਗਿਆ ਰਵੇ। ਕਿਉਂਕਿ ਜਾ ਕੋ ਹਰ ਰੰਗ ਲਾਗੋ ਇਸ ਜੁਗ ਮੈਂ ਹੈ, ਸੋ ਕਹੀਤ ਹੈ ਸੂਰਾ, ਆਤਮ ਜਿਨੈ ਸਗਲ ਵਸ ਤਾਕੈ, ਜਾ ਕਾ ਸਤਿਗੁਰ ਪੂਰਾ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਦੋ ਤਰ੍ਹਾਂ ਦੇ ਸੂਰਮਿਆਂ ਦਾ ਜ਼ਿਕਰ ਆਇਆ। ਇੱਕ ਸੂਰਮੇ ਉਹ ਹਨ ਜਿਨ੍ਹਾਂ ਨੂੰ ਪ੍ਰਮਾਤਮਾ ਦੀ ਭਗਤੀ ਦਾ ਐਸਾ ਰੰਗ ਲੱਗਾ, ਲਾਲ ਰੰਗ ਤਿਸ ਕੋ ਲੱਗਾ ਜਿਸਕੇ ਵੱਡ ਭਾਗਾ। ਜਿਨ੍ਹਾਂ ਦੇ ਵੱਡੇ ਭਾਗ ਹਨ, ਜਿਨ੍ਹਾਂ ਨੂੰ ਕੇਵਲ ਤੇ ਕੇਵਲ ਨਿਸ਼ਕਾਮ ਭਗਤੀ ਦੀ ਦਾਤ ਪ੍ਰਮਾਤਮਾ ਨੇ ਦੇਣਾ ਕੀਤੀ। ਸਭ ਤੋਂ ਵੱਡੀ ਦਾਤ ਹੀ ਇਹ ਹੈ, ਮੰਗਣਾ ਮੰਗਾ ਨੀਕਾ, ਹਰ ਜਸ ਗੁਰ ਤੇ ਮੰਗਣਾ। ਸੋ ਦੂਸਰੇ ਨੰਬਰ ਤੇ ਭਗਤ ਉਹ ਹਨ, ਦੂਸਰੇ ਨੰਬਰ ਤੇ ਸੂਰਮੇ ਉਹ ਹਨ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਓ, ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕੋ ਦਾਓ। ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੁ ਨਾ ਛਾਡੈ ਖੇਤ। ਇੱਕ ਆ ਜਿਹੜੇ ਸੂਰਮੇ ਹਨ, ਜਿਹੜੇ ਦੀਨਾਂ ਮਜਲੂਮਾਂ ਦੀ ਰੱਖਿਆ ਕਰਨ ਵਾਸਤੇ, ਜ਼ੁਲਮ ਨੂੰ ਖਤਮ ਕਰਨ ਵਾਸਤੇ ਬਿਨਾਂ ਕਿਸੇ ਦਵੈਤਵਾਦ ਤੋਂ ਜ਼ੁਲਮ ਦੇ ਅੱਗੇ ਖਲੋ ਜਾਂਦੇ ਹਨ ਅਤੇ ਪ੍ਰਜਾ ਦੀ ਰੱਖਿਆ ਕਰਨ ਵਾਸਤੇ ਆਪਣਾ ਆਪ ਨਿਸ਼ਾਵਰ ਕਰ ਜਾਂਦੇ ਹਨ। ਐਸੇ ਸੂਰਮਿਆਂ ਦੀ ਜੈ ਜੈਕਾਰ। ਅਤੇ ਵਿਦਵਾਨ ਜਨ ਵੀ ਕਹਿੰਦੇ ਹਨ, ਜਨਨੀ ਜਨੈ ਤਾਂ ਭਗਤ ਜਨ, ਕਹਿ ਦਾਤਾ ਕਹਿ ਸੂਰ, ਨਾਹੇ ਤਾਂ ਜਨਨੀ ਬਾਂਝ ਰਹਿ, ਕਾਹੇ ਗਵਾਵੇ ਨੂਰ। ਇੱਕ ਮਾਤਾ ਦੇ ਤਾਈਂ ਵੀ ਵਿਦਵਾਨਾਂ ਨੇ ਕਹਿਣਾ ਕੀਤਾ ਕਿ ਜੇਕਰ ਗਰਭ ਦੇ ਵਿੱਚ ਇੱਕ ਇਸਤਰੀ ਦੇ ਬੱਚਾ ਪਲ ਰਿਹਾ ਤਾਂ ਉਹਨੂੰ ਵੱਧ ਤੋਂ ਵੱਧ ਰੱਬ ਦੀ ਭਗਤੀ ਕਰਨੀ ਚਾਹੀਦੀ ਹੈ। ਕਿਉਂਕਿ ਉਸ ਗਰਭ ਦੇ ਵਿੱਚੋਂ ਸਾਧੂ ਸਤਪੁਰਸ਼ ਸੰਤ ਮਹਾਤਮਾ ਭੁਜੰਗੀ ਜਨਮ ਲਵੇ।
ਸੰਤਾਨ ਪੈਦਾ ਹੋਵੇ, ਰੱਬ ਨੂੰ ਮੰਨਣ ਵਾਲੀ ਹੋਵੇ, ਸੇਵਾ ਸਿਮਰਨ ਭਾਵਨਾ ਵਾਲੀ ਹੋਵੇ। ਸੋ ਇਸ ਵਾਸਤੇ ਵਿਦਵਾਨਾਂ ਦਾ ਕਹਿਣਾ ਹੈ ਕਿ ਜਿਹੜੀ ਜਨਨੀ ਹੈ ਉਹਦੀ ਕੁੱਖ ਦੇ ਵਿੱਚੋਂ ਉਹਦਾ ਨਾਮ ਰੌਸ਼ਨ ਕਰਨ ਵਾਲੇ ਸੰਤ ਮਹਾਤਮਾ ਪੈਦਾ ਹੋਣਾ ਕਰਨ, ਜਾਂ ਉਹਦੀ ਕੁੱਖ ਦੇ ਵਿੱਚੋਂ ਦੀਨਾ ਮਜਲੂਮਾਂ ਦੀ ਰੱਖਿਆ ਕਰਨ ਵਾਲੇ ਸੂਰਬਲੀ ਯੋਧੇ ਭਜੰਗੀ ਜਨਮ ਲੈਣ, ਜਾਂ ਉਹਦੀ ਕੁੱਖ ਨੂੰ ਭਾਗ ਲਾਉਣ ਵਾਸਤੇ ਜਿਹੜੇ ਦਾਨੀ ਸੱਜਣ ਹਨ ਆਪਣਾ ਆਪ ਗਵਾ ਕਰਕੇ ਵੀ ਦਾਨ ਦੇ ਦੇਣ। ਸੋ ਆਪਣਾ ਆਪ ਤੱਕ ਨਿਸ਼ਾਵਰ ਕਰ ਦੇਣ ਐਸੇ ਜਿਹੜੇ ਦਾਨੀ ਸੂਰਮੇ ਹਨ, ਜਿਨ੍ਹਾਂ ਦਾ ਨਾਮ ਹਮੇਸ਼ਾ ਰਹਿੰਦੀ ਦੁਨੀਆ ਤੱਕ ਰਹਿੰਦਾ ਹੈ। ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਸਾਰੀ ਦੁਨੀਆ ਤੇ ਸਥਿਰ ਰਹਿਣ ਵਾਲਾ ਜਿਹੜਾ ਰੱਬ ਹੈ ਉਹ ਰਹਿੰਦਾ, ਉਹਦੇ ਭਗਤਾਂ ਦਾ ਨਾਮ ਰਹਿੰਦਾ। ਭਗਤ ਕਬੀਰ ਜੀ ਦਾ ਨਾਮ ਅਮਰ ਹੈ, ਭਗਤ ਰਵਿਦਾਸ ਜੀ ਦਾ ਨਾਮ ਅਮਰ ਹੈ, ਭਗਤ ਨਾਮਦੇਵ ਜੀ ਦਾ ਨਾਮ ਅਮਰ ਹੈ। ਬੇਅੰਤ ਭਗਤ ਹਨ, ਪਰ ਉਹਨਾਂ ਦੇ ਸਮੇਂ ਦੌਰਾਨ ਜਿਹੜੇ ਰਾਜੇ ਮਹਾਰਾਜੇ ਸਨ ਉਹਨਾਂ ਬਾਰੇ ਕਈਆਂ ਨੂੰ ਪਤਾ ਹੀ ਨਹੀਂ, ਕਿਉਂਕਿ ਇਹ ਜਿਹੜੇ ਸਾਰੇ ਰਾਜੇ ਹਨ ਇਹ ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦਿਵਾਜਾ। ਅੱਜ ਅਸੀਂ ਸਾਰੇ ਭਗਤਾਂ ਨੂੰ ਜਾਣਦੇ ਹਾਂ, ਪਰ ਅਸੀਂ ਭਗਤਾਂ ਦੇ ਸਮੇਂ ਦੌਰਾਨ ਜਿਹੜੇ ਰਾਜੇ ਹੋਏ ਨੇ ਉਹਨਾਂ ਨੂੰ ਅਸੀਂ ਜਾਣਦੇ ਹੀ ਨਹੀਂ, ਕਿਉਂਕਿ ਭਗਤਾਂ ਦਾ ਤੇਜ ਪ੍ਰਤਾਪ ਜ਼ਿਆਦਾ ਹੈ। ਇਸੇ ਕਰਕੇ ਜੋ ਭਗਤ ਪ੍ਰਹਿਲਾਦ ਜੀ ਹਨ, ਜਿਨ੍ਹਾਂ ਦਾ ਤੇਜ ਪ੍ਰਤਾਪ ਅਤਿਅੰਤ ਵਿਸ਼ੇਸ਼ ਕਰਕੇ ਪ੍ਰਚੰਡ ਹੈ, ਪ੍ਰਬਲ ਹੈ, ਉਹਨਾਂ ਦਾ ਤੇਜ ਪ੍ਰਤਾਪ ਰਹਿੰਦੀ ਦੁਨੀਆ ਤੱਕ ਰਹਿਣਾ ਕਰਦਾ ਹੈ। ਅਸ ਕਹਿ ਬਾਰ ਬਾਰ ਸਿਰ ਨਿਆਈ। ਅਤੇ ਉਸ ਵਕਤ ਭਗਤ ਪ੍ਰਹਿਲਾਦ ਜੀ ਨੇ ਨਰਸਿੰਘ ਅਵਤਾਰ ਦੇ ਚਰਨਾਂ ਵਿੱਚ ਬੇਨਤੀ ਕਰਨਾ ਕੀਤੀ ਕਿ ਹੇ ਅਕਾਲ ਪੁਰਖ ਵਾਹਿਗੁਰੂ ਭਗਵਾਨ, ਕੇਵਲ ਤੇ ਕੇਵਲ ਜਿਹੜਾ ਮੇਰਾ ਮਨ ਹੈ ਆਪ ਜੀਆਂ ਦੀ ਪ੍ਰੇਮਾ ਭਗਤੀ ਦੇ ਰੰਗ ਵਿੱਚ ਹੀ ਰੰਗਿਆ ਰਹਿਣਾ ਕਰੇ। ਹੋਰ ਕਿਸੇ ਦੁਨਿਆਵੀ ਪਦਾਰਥ ਦੀ ਮੇਰੇ ਤਾਈਂ ਜਿਹੜੀ ਮੰਗ ਹੈ ਨਹੀਂ ਹੈ। ਇਹ ਮੈਂ ਮੰਗ ਕਰਕੇ ਭਗਵਾਨ ਨਰਸਿੰਘ ਦੇ ਚਰਨ ਫੜ ਲੈਣਾ ਕੀਤੇ ਅਤੇ ਵਾਰ-ਵਾਰ ਉਹਨਾਂ ਦੇ ਚਰਨਾਂ ਵਿੱਚ ਮੈਂ ਡੰਡੌਤ ਬੰਦਨਾ ਕਰਦਾ ਹਾਂ। ਰਹਿਓ ਚਰਨ ਪੰਕਜ ਲਪਟਾਈ। ਅਤੇ ਵਾਰ ਮੰਗਣ ਤੋਂ ਬਾਅਦ ਆਪਣੀ ਇੱਛਾ ਭਗਵਾਨ ਨਰਸਿੰਘ ਦੇ ਅੱਗੇ ਪ੍ਰਗਟ ਕਰਨ ਤੋਂ ਬਾਅਦ ਉਹਨਾਂ ਦੀ ਆਗਿਆ ਦੇ ਮੁਤਾਬਕ ਮੈਂ ਉਹਨਾਂ ਦੀ ਇਹ ਮੁਰਾਦ ਪੂਰੀ ਕੀਤੀ, ਉਹਨਾਂ ਦੇ ਇਹ ਬਚਨ ਮੈਂ ਪੂਰੇ ਕੀਤੇ ਅਤੇ ਫਿਰ ਮੈਂ ਉਹਨਾਂ ਦੇ ਚਰਨਾਂ ਵਿੱਚ ਹੀ ਪਿਆ ਰਿਹਾ ਹਾਂ। ਹੋਇ ਪ੍ਰਸੰਨ ਭਗਤਨ ਗੁਣ ਖਾਨੀ। ਅਤੇ ਉਸ ਵਕਤ ਭਗਤੀ ਦੀ ਗੁਣਾ ਦੀ ਖਾਨ ਭਗਵਾਨ ਨਰਸਿੰਘ ਜੀ ਮੇਰੇ ਉੱਪਰ ਬਹੁਤ ਪ੍ਰਸੰਨ ਹੋਣਾ ਕੀਤੇ। ਮ੍ਰਿਦੁਲ ਮਧੁਰ ਬੋਲੇ ਸੁਠ ਬਾਨੀ। ਅਤੇ ਉਸ ਵਕਤ ਆਪਣੇ ਮਖਾਰ ਬਿੰਦ ਤੋਂ ਮੇਰੇ ਤਾਈਂ ਸੰਬੋਧਨ ਕਰਕੇ ਜਿਹੜੇ ਕੋਮਲ ਅਤੇ ਮਿੱਠੀ ਸੁੱਖਾਂ ਨੂੰ ਦੇਣ ਵਾਲੀ ਜਿਹੜੀ ਬਾਣੀ ਹੈ ਬੋਲਣਾ ਕੀਤੀ। ਸਦਾ ਅਚਲ ਸੁਖ ਦੋਨੋਂ ਲੋਕਾ। ਭਗਵਾਨ ਨੇ ਖੁਸ਼ ਹੋ ਕਰਕੇ ਕਹਿਣਾ ਕੀਤਾ ਕਿ ਜਿਹੜੇ ਅਚਲ ਸੁਖ ਹਨ ਲੋਕ ਪਰਲੋਕ ਦੇ, ਅਚਲ ਸੁਖ ਤੋਂ ਭਾਵ ਇਹ ਹੈ ਕਿ ਅੱਜ ਸੁਖ ਕੱਲ ਦੁੱਖ ਨਹੀਂ। ਜੇ ਅੱਜ ਸੁਖ ਹਨ ਆਉਣ ਵਾਲੇ ਸਮੇਂ ਵਿੱਚ ਹੀ ਸਦਾ ਸੁਖੀ ਹੀ ਹੋਣਗੇ। ਸੋ ਜਹ ਜਾਈਏ ਤਹਾ ਸੁਹੇਲੇ, ਜਿੱਥੇ ਵੀ ਤੂੰ ਜਾਣਾ ਕਰੇਗਾ ਤੂੰ ਹਮੇਸ਼ਾ ਸੁਖੀ ਰਹਿਣਾ ਕਰੇਗਾ। ਐਸੇ ਜਿਹੜੇ ਅਚਲ ਸੁਖ ਹਨ ਤੇਰੇ ਤਾਈਂ ਦੇਣਾ ਕਰਦੇ ਹਾਂ। ਨਿਰਸੰਦੇਹ ਹੋਇ ਭੋਗ ਅਸ਼ੋਕਾ। ਅਤੇ ਦਿਨ ਅਤੇ ਰਾਤ ਜਿਹੜੇ ਰਾਜ ਭੋਗ ਹਨ ਤੂੰ ਬਿਨਾਂ ਕਿਸੇ ਸ਼ੋਕ ਤੋਂ ਤੂੰ ਉਹਨਾਂ ਨੂੰ ਭੋਗਣਾ ਕਰੇ। ਸਭ ਦਾਨਵ ਕੋ ਹੋ ਭਵਾਲਾ। ਹੁਣ ਤੂੰ ਸਾਰਿਆਂ ਦੈਤਾਂ ਦਾ ਰਾਜਾ ਹੋ ਕਰਕੇ ਪ੍ਰਗਟ ਹੋਣਾ ਕਰੇਗਾ। ਰਾਮ ਚ ਬੋਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਜਿਸ ਪ੍ਰਕਾਰ ਭਗਤ ਧਰੂ ਜੀ ਨੇ ਭਗਤ ਪ੍ਰਹਿਲਾਦ ਜੀ ਨੇ ਜਪਣਾ ਕੀਤਾ, ਸਭ ਪਰਿਵਾਰ ਚੜਾਇਆ ਬੇੜੇ। ਦੀਨ ਦਇਆਲ ਭਰੋਸੇ ਤੇਰੇ, ਸਭ ਪਰਿਵਾਰ ਚੜਾਇਆ ਬੇੜੇ। ਜਿਨ੍ਹਾਂ ਨੂੰ ਦੀਨਾਂ ਨੂੰ ਨਿਮਾਣਿਆਂ ਨੂੰ ਨਿਮਾਣੇ ਕੋ ਪ੍ਰਭ ਤੇਰੋ ਮਾਨ। ਸਗਲ ਘਟਾ ਕੋ ਦੇਵੋ ਦਾਨ। ਜਿਨ੍ਹਾਂ ਨਿਮਾਣਿਆਂ ਨੂੰ ਕੇਵਲ ਤੇ ਕੇਵਲ ਪ੍ਰਮਾਤਮਾ ਦੇ ਚਰਨਾਂ ਦਾ ਹੀ ਓਟ ਆਸਰਾ, ਉਹਨਾਂ ਦੇ ਨਾਲ ਉਹਨਾਂ ਦੇ ਜਿਹੜੇ ਸਤ ਸੰਗੀ ਹਨ ਉਹਨਾਂ ਦਾ ਜਿਹੜਾ ਪਰਿਵਾਰ ਹੈ ਉਹ ਵੀ ਇਸ ਸੰਸਾਰ ਭਾਵ ਸਾਗਰ ਤੋਂ
ਤਰ ਜਾਣਾ ਕਰਦਾ ਹੈ। ਕਰਹੁ ਰਾਜ ਬੈਸੇ ਚਿਰ ਕਾਲਾ। ਅਤੇ ਉਸ ਭਗਵਾਨ ਨਰ ਸਿੰਘ ਨੇ ਕਹਿਣਾ ਕੀਤਾ ਕਿ ਕਾਫੀ ਲੰਮੇ ਸਮੇਂ ਤੱਕ ਜਿਹੜਾ ਰਾਜ ਹੈ ਤੂੰ ਕਰਨਾ ਕਰ। ਸਰਬ ਸ਼੍ਰੋਮਣ ਭਗਤ ਹਮਾਰਾ। ਤੂੰ ਮੇਰਾ ਸਭ ਤੋਂ ਸ਼੍ਰੋਮਣੀ ਸਤਜੁਗ ਦੇ ਅੰਦਰ ਭਗਤ ਹੋਇਆ ਹੈ। ਛੁਐ ਨਾ ਸਕੈ ਹੈ ਮਦ ਮਾਨ ਬਿਕਾਰਾ। ਤੇਰੇ ਤਾਈਂ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਹੈ ਤੇਰੀ ਭਗਤੀ ਦੇ ਤੇਜ ਪ੍ਰਤਾਪ ਕਰਕੇ ਤੇਰੇ ਤਾਈਂ ਛੂ ਨਹੀਂ ਸਕੇ। ਸੁਨ ਇਵ ਬਚ ਜੋ ਕਹੇ ਜਗਨਾਥਾ। ਸੋ ਭਗਤ ਪ੍ਰਹਿਲਾਦ ਜੀ ਬਾਬਾ ਬਾਲੇ ਜੀ ਦੇ ਨਾਲ ਬਚਨ ਸਾਂਝੇ ਕਰਦੇ ਹੋਏ ਕਹਿੰਦੇ ਹਨ ਕਿ ਜਦੋਂ ਭਗਵਾਨ ਨਰ ਸਿੰਘ ਨੇ ਮੇਰੇ ਤਾਈਂ ਕਹਿਣਾ ਕੀਤਾ, ਉਹਨਾਂ ਦੇ ਜਿਹੜੇ ਐਸੇ ਜਿਹੜੇ ਪਾਰਾਵਾਰ ਤੋਂ ਰਹਿਤ ਸੁੰਦਰ ਬਚਨ ਮਿੱਠੇ ਬਚਨ ਜਦੋਂ ਮੈਂ ਸੁਣਨਾ ਕੀਤੇ, ਬੋਲਿਓ ਮੈਂ ਨਾਏ ਪੱਗ ਮਾਥਾ। ਉਸ ਵਕਤ ਉਹਨਾਂ ਦੇ ਵਰ ਦੇਣ ਤੋਂ ਬਾਅਦ ਮੈਂ ਉਹਨਾਂ ਦੇ ਕਮਲ ਸਰੀਖੇ ਚਰਨ ਫਿਰ ਛੱਡੇ ਹੀ ਨਹੀਂ। ਉਹਨਾਂ ਦੇ ਚਰਨਾਂ ਵਿੱਚ ਹੀ ਮੇਰੀ ਡੰਡੌਤ ਬੰਦਨਾ ਵਾਰ-ਵਾਰ ਹੁੰਦੀ ਰਹੀ। ਮਮ ਪਿਤ ਅਤਿਸ਼ੈ ਅਗੀ ਮਲੀਨਾ। ਅਤੇ ਫਿਰ ਭਗਵਾਨ ਨਰ ਸਿੰਘ ਨੂੰ ਜਦ ਮੈਂ ਵਿਸ਼ੇਸ਼ ਕਰਕੇ ਆਪਣੇ ਆਪ ਤੇ ਪ੍ਰਸੰਨ ਜਾਣਿਆ, ਧਰਨ ਸਵੰਨੀ ਖੜ ਰਤਨ ਜੜਾਵੀ ਹਰ ਪ੍ਰੇਮ ਪੁਰਖ ਮਨ ਉਠਾ। ਸਭੇ ਕਾਜ ਸੁਹਿਲੜੇ ਥੀਏ ਗੁਰੂ ਨਾਨਕ ਸਤਿਗੁਰ ਤੁਠਾ। ਜਦੋਂ ਨਾਨਕ ਸਤਿਗੁਰੂ ਜੀ ਪਾਤਸ਼ਾਹ ਜੀ ਸਤਜੁਗ ਦੇ ਵਿੱਚ ਭਗਤ ਪ੍ਰਹਿਲਾਦ ਜੀ ਪੈਜ ਰੱਖਣ ਵਾਸਤੇ ਆਏ, ਜਿੱਥੇ ਰਾਜ ਭਾਗ ਦੇ ਦੇਣਾ ਕੀਤਾ, ਸੁਖ ਦੇ ਦੇਣਾ ਕੀਤਾ, ਆਪਣੇ ਆਪ ਦੀ ਇਤਨੀ ਜ਼ਿਆਦਾ ਕਿਰਪਾ ਭਗਵਾਨ ਨਰ ਸਿੰਘ ਦੀ ਵੇਖਣਾ ਕੀਤੀ। ਉਸ ਵਕਤ ਭਗਵਾਨ ਨਰ ਸਿੰਘ ਨੇ ਆਪਣੇ ਪਿਤਾ ਹਰਨਾਕਸ਼ ਦੇ ਕਲਿਆਣ ਵਾਸਤੇ ਸੰਗਤ ਜੀ ਭਗਤਾਂ ਵਿੱਚ ਇਹੋ ਤਾਂ ਫਰਕ ਹੈ ਕਿ ਭਾਵੇਂ ਉਹਨਾਂ ਦੇ ਨਾਲ ਜਿੰਨੀ ਕੋਈ ਰਾਗ ਦਵੈਸ਼ ਈਰਖਾ ਕਰੀ ਜਾਵੇ, ਪਰ ਜਿਹੜੇ ਭਗਤ ਜਨ ਹੁੰਦੇ ਹਨ ਉਹਨਾਂ ਦਾ ਸੁਭਾਅ ਰੱਬ ਦੇ ਵਰਗਾ ਹੀ ਹੈ। ਰੱਬ ਦਾ ਸੁਭਾਅ ਕਿੱਦਾਂ ਦਾ? ਕਹਿੰਦਾ ਸੌਖਾ ਤਰੀਕਾ ਇਹੀ ਹੈ ਕਿ ਜਿਵੇਂ ਅੱਗ ਦਾ ਸੁਭਾਅ ਹੈ। ਹੁਣ ਅੱਗ ਬਾਲ ਲੈਣਾ ਕਰੋ। ਅੱਗ ਕੀ ਕਰਦੀ ਹੈ? ਚਾਨਣ ਕਰਦੀ ਹੈ, ਸੇਕ ਦਿੰਦੀ ਹੈ, ਸਰੀਰ ਨੂੰ ਨਿੱਘਾ ਕਰਦੀ ਹੈ ਠੰਡ ਦੇ ਵਿੱਚ, ਹਨੇਰਾ ਦੂਰ ਕਰਦੀ ਹੈ ਰਾਤ ਦੇ ਵਿੱਚ, ਅਤੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਪਕਵਾਨ ਸਾਡੇ ਅੱਗ ਤੋਂ ਹੀ ਪੱਕਦੇ ਨੇ। ਅਤੇ ਅੱਗ ਦਾ ਸਭ ਤੋਂ ਵੱਡਾ ਗੁਣ ਇਹ ਵੀ ਹੈ ਕਿ ਭਾਵੇਂ ਕਿ ਉਸ ਵਿੱਚ ਪ੍ਰੇਮ ਨਾਲ ਹੱਥ ਅੱਗੇ ਕਰ ਦੇਣਾ ਕਰੇ, ਚਾਹੇ ਗੁੱਸੇ ਵਿੱਚ ਆ ਕਰਕੇ। ਅੱਗ ਦਾ ਕੰਮ ਕੀ ਹੈ? ਸਾੜਨਾ। ਉਸੀ ਪ੍ਰਕਾਰ ਪਰਮਾਤਮਾ ਦਾ ਕੰਮ ਹੈ ਭਲਾ ਕਰਨਾ। ਸੋ ਪਰਮਾਤਮਾ ਦੇ ਵਿੱਚ ਤੇ ਰੱਬ ਦੇ ਭਗਤਾਂ ਦੇ ਵਿੱਚ ਕੋਈ ਫਰਕ ਨਹੀਂ। ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣਹੁ ਮਾਨਸ ਦੇਹਾ। ਰੱਬ ਦੇ ਵਿੱਚ ਤੇ ਰੱਬ ਦੇ ਪਿਆਰਿਆਂ ਵਿੱਚ ਜਿਹੜਾ ਫਰਕ ਹੈ ਰੱਤੀ ਮਾਤਰ ਵੀ ਨਾ ਸਮਝਣਾ ਕਰੋ। ਭਗਤ ਪ੍ਰਹਿਲਾਦ ਨੂੰ ਮਾਰਨ ਵਾਸਤੇ ਹਰਨਾਕਸ਼ ਨੇ ਆਪ ਜੀਆਂ ਨੇ ਪਿਛਲੇ ਪ੍ਰਸੰਗਾਂ ਵਿੱਚ ਸਰਵਣ ਕੀਤਾ ਹੈ ਕਿ ਕਿੰਨੇ ਉਸਨੇ ਯਤਨ ਕਰਨਾ ਕੀਤੇ, ਪਰ ਭਗਤ ਪ੍ਰਹਿਲਾਦ ਨੇ ਆਪਣੇ ਪਿਤਾ ਦੁਆਰਾ ਕੀਤੇ ਹੋਏ ਜ਼ੁਲਮਾਂ ਨੂੰ ਮਨ ਵਿੱਚ ਨਹੀਂ ਲੈ ਕੇ ਆਉਣਾ ਕੀਤਾ। ਬਦਲਾ ਲੈਣ ਦੀ ਭਾਵਨਾ ਨਹੀਂ ਆਈ। ਵੇਖੋ ਕਿੰਨੀ ਨਿਮਰਤਾ ਉਹਨਾਂ ਵਿੱਚ। ਕਹਿੰਦੇ ਹਨ ਕਿ ਜਿਹੜੇ ਮੇਰੇ ਪਿਤਾ ਹਨ ਵਿਸ਼ੇਸ਼ ਕਰਕੇ ਪਾਪੀ ਹਨ, ਉਹਨਾਂ ਦਾ ਵੀ ਉਧਾਰ ਕਰ ਦੇਣਾ ਕਰੋ। ਨਿੰਦਕ ਹੋਏ ਦਰੋ ਤੁਮ ਕੀਨਾ। ਅਤੇ ਉਹਨਾਂ ਨੇ ਤੁਹਾਡਾ ਨਿੰਦਕ ਬੰਨਾ ਕੀਤਾ। ਚੋਰ ਜਾਰ ਜੁਆਰ ਤੇ ਬੁਰਾ, ਅਨਹੋਂਦਾ ਭਾਰ ਨਿੰਦਕ ਸਿਰ ਪਰਾ। ਜਿਹੜੇ ਨਿੰਦਕ ਜਨ ਹੁੰਦੇ ਹਨ ਸੰਗਤ ਜੀ, ਸਭ ਤੋਂ ਵੱਡਾ ਜਿਹੜਾ ਭਾਰ ਹੈ ਨਿੰਦਕਾਂ ਦੇ ਸਿਰ ਤੇ ਹੁੰਦਾ ਹੈ। ਨਿੰਦਾ ਭਲੀ ਕਿਸੇ ਕੈ ਨਾਹੀ, ਮਨਮੁਖ ਮੁਗਧ ਕਰਨ। ਜਿਹੜੀ ਨਿੰਦਾ ਹੈ ਕਿਸੇ ਦੀ ਵੀ ਕਰਨੀ ਮਾੜੀ ਹੈ, ਪਰ ਰੱਬ ਦੀ ਨਿੰਦਿਆ ਕਰਨੀ ਘੋਰ ਭਿਆਨਕ ਪਾਪ ਹੈ। ਜਿੰਨਾ ਭਿਆਨਕ ਤੋਂ ਭਿਆਨਕ ਪਾਪ ਕਹਿ ਸਕੀ ਓਨਾ ਹੀ ਥੋੜਾ। ਸੋ ਭਗਤ ਪ੍ਰਹਿਲਾਦ ਜੀ ਕਹਿੰਦੇ ਹਨ ਕਿ ਮੇਰਾ ਪਿਤਾ ਤੁਹਾਡਾ ਨਿੰਦਕ ਬੰਨਾ ਕੀਤਾ, ਤੁਹਾਡੀ ਆਨ ਸ਼ਾਨ ਦੇ ਵਿੱਚ ਬੜੇ ਜਿਹੜੇ ਖੋਟੇ ਬਚਨ ਹਨ ਕਹਿਣਾ ਕੀਤੇ। ਦੀਨ ਦਇਆਲ ਇਸ ਕੀ ਗਤ ਕੀਜੈ। ਹੇ ਦੀਨਾਂ ਉੱਪਰ ਕਿਰਪਾ ਕਰਨ ਵਾਲੇ ਕਿਰਪਾਲੂ ਅਕਾਲ ਪੁਰਖ ਵਾਹਿਗੁਰੂ, ਮੇਰੇ ਪਿਤਾ ਦੀ ਵੀ ਮੁਕਤੀ ਕਰ ਦੇਣਾ ਕਰੋ। ਸਭ ਅਪਰਾਧ ਵਸ਼ ਕਰ ਦੀਜੈ। ਉਹਨਾਂ ਦੇ ਸਾਰੇ ਜਿਹੜੇ ਕੀਤੇ ਹੋਏ ਅਪਰਾਧ ਹਨ, ਭੁੱਲਾਂ ਚੁੱਕਾਂ ਮਾਫ ਕਰ ਦੇਣਾ ਕਰੋ। ਲੇਖੇ ਕਤਹਿ ਨਾ ਛੁਟਿਆ ਹੈ, ਖਿਨ ਖਿਨ ਭੁੱਲਨ ਹਾਰ ਬਖਸ਼ਨਹਾਰ ਬਖਸ਼ ਲੈ। ਨਾਨਕ ਪਾਰ ਉਤਾਰ, ਅਸੀਂ ਖਤੇ ਬਹੁਤ ਕਮਾਵਦੇ, ਅੰਤ ਨਾ ਪਾਰਾਵਾਰ। ਹਰ ਕਿਰਪਾ ਕਰਕੇ ਬਖਸ਼ ਲੈ ਹੋ, ਹਉ ਪਾਪੀ ਵੱਡ ਗੁਨਹਗਾਰ। ਕਿਰਪਾ ਕਰੋ ਪ੍ਰਮਾਤਮਾ, ਸੁਤ ਅਪਰਾਧ ਕਰਤ ਹੈ ਜੀਤੇ, ਜਨਨੀ ਚੀਤ ਨਾ ਰਾਖਸ ਤੇਤੇ।
ਜਿਵੇਂ ਘਰ ਦਾ ਧੀ ਪੁੱਤਰ ਜਿੰਨਾ ਮਰਜੀ ਸੰਗੀਨ ਅਪਰਾਧੀ ਕਿਉਂ ਨਾ ਹੋਣਾ ਕਰੇ, ਪਰ ਆਪਣੇ ਮਾਤਾ ਪਿਤਾ ਨੂੰ ਅਤਿਅੰਤ ਪਿਆਰਾ ਹੀ ਹੁੰਦਾ। ਉਸੀ ਪ੍ਰਕਾਰ ਰੱਬ ਨੂੰ ਉਹਨਾਂ ਦੇ ਭਗਤ ਅਤੇ ਆਪਣੇ ਭਗਤਾਂ ਦੇ ਮਖਾਰ ਬਿੰਦ ਤੋਂ ਕਹੇ ਹੋਏ ਕੱਲੇ ਕੱਲੇ ਬਚਨ ਦੇ ਤਾਈਂ ਪ੍ਰਮਾਤਮਾ ਪੂਰਾ ਕਰਦਾ। ਪਾਤਸ਼ਾਹ ਜੀ ਨੇ ਬਾਣੀ ਵਿੱਚ ਇੱਥੋਂ ਤੱਕ ਫਰਮਾ ਦੇਣਾ ਕੀਤਾ, ਮੇਰੀ ਬਾਂਦੀ ਭਗਤ ਛਡਾਵੈ, ਬਾਂਧੈ ਭਗਤ ਨਾ ਛੋਟੈ ਮੋਹਿ। ਕਿ ਮੇਰੇ ਕਹੇ ਹੋਏ ਬਚਨਾਂ ਨੂੰ ਮੇਰੇ ਭਗਤ ਫੇਰ ਸਕਦੇ ਨੇ, ਪਰ ਭਗਤਾਂ ਦਾ ਕਿਹਾ ਹੋਇਆ ਇੱਕ ਵੀ ਬਚਨ ਮੈਂ ਫੇਰ ਨਹੀਂ ਸਕਦਾ। ਸੋ ਉਸ ਪ੍ਰਕਾਰ ਭਗਤ ਪ੍ਰਹਿਲਾਦ ਜੀ ਅਕਾਲ ਪੁਰਖ ਵਾਹਿਗੁਰੂ ਭਗਵਾਨ ਨਰਸਿੰਘ ਦੇ ਚਰਨਾਂ ਵਿੱਚ ਬੇਨਤੀ ਕਰਦੇ ਹਨ, ਆਪ ਜੀ ਕਿਰਪਾ ਕਰਨੀ ਕਰੋ, ਮੇਰੇ ਪਿਤਾ ਨੂੰ ਮਾਫ ਕਰ ਦੇਣਾ ਕਰੋ, ਉਹਨਾਂ ਨੂੰ ਮੁਕਤੀ ਦੇ ਦੇਣਾ ਕਰੋ। ਤੁਮ ਸੋ ਕੀਨ ਵਿਰੋਧ ਮਲੀਨੇ। ਉਸ ਨੇ ਤੁਹਾਡੀ ਆਨ ਸ਼ਾਨ ਦੇ ਖਿਲਾਫ ਹੋ ਕਰਕੇ ਤੁਹਾਡਾ ਵਿਰੋਧ ਕਰਨਾ ਕੀਤਾ। ਭਾਵ ਤੁਹਾਡੀ ਜਿਹੜੀ ਸ਼ੋਭਾ ਹੈ, ਜਿਹੜੀ ਕਦੀ ਫਿੱਕੀ ਪਾਈ ਹੀ ਨਹੀਂ ਜਾ ਸਕਦੀ, ਉਸ ਨੂੰ ਫਿੱਕੀ ਪਾਉਣ ਦੇ ਖੋਜੇ ਯਤਨ ਕੀਤੇ। ਵੱਡਾ ਨਾ ਹੋਵੇ, ਘਾਟ ਨਾ ਜਾਏ। ਉਹ ਕਿਸੇ ਨਿੰਦਕ ਪੁਰਸ਼ ਦੇ ਨਿੰਦਿਆ ਕਰਨ ਨਾਲ ਛੋਟਾ ਨਹੀਂ ਹੋ ਜਾਂਦਾ ਅਤੇ ਕਿਸੇ ਪ੍ਰੇਮੀ ਜਨ ਦੇ ਕਹਿਣ ਨਾਲ ਵੱਡਾ ਨਹੀਂ ਹੋ ਜਾਂਦਾ। ਉਹ ਤਾਂ ਹਮੇਸ਼ਾ ਇੱਕ ਰਸ ਰਹਿਣ ਵਾਲਾ ਪਰਮਾਤਮਾ ਹੈ। ਸੋ ਇਸ ਪ੍ਰਕਾਰ ਭਗਤ ਪ੍ਰਹਿਲਾਦ ਜੀ ਕਹਿੰਦੇ ਹਨ, ਮੇਰੇ ਪਿਤਾ ਜੀ ਤੁਹਾਡੇ ਵਿਰੋਧੀ ਹੋਏ, ਜਿਨ੍ਹਾਂ ਨੇ ਤੁਹਾਡੇ ਬਰਾਬਰ ਆਪਣਾ ਜਿਹੜਾ ਨਾਮ ਹੈ ਸਾਰੀ ਕਾਇਨਾਤ ਵਿੱਚ ਜਪਾਉਣ ਦੀ ਕੋਸ਼ਿਸ਼ ਕੀਤੀ। ਕਹੇ ਕੋ ਬਚਨ ਕੁਟਲ ਮਤ ਹੀਨੇ। ਅਤੇ ਮਤ ਤੋਂ ਹੀਣੇ ਹੋ ਕਰਕੇ ਮੈਲੀ ਮਤ ਵਾਲੇ ਨੇ, ਭੈੜੀ ਮਤ ਵਾਲੇ ਨੇ ਤੁਹਾਡੀ ਆਨ ਸ਼ਾਨ ਵਿੱਚ, ਤੁਹਾਡੀ ਵਡਿਆਈ ਵਿੱਚ ਜਿਹੜੇ ਖੋਟੇ ਬਚਨ ਹਨ, ਕੋਝੇ ਬਚਨ ਹਨ, ਕਹਿਣਾ ਕੀਤੇ। ਸਭ ਔਗਣ ਮੈਂ ਪੂਰਨ ਪਾਪੀ। ਅਤੇ ਭਗਵਾਨ ਨਰਸਿੰਘ ਦੇ ਚਰਨਾਂ ਵਿੱਚ ਭਗਤ ਪ੍ਰਹਿਲਾਦ ਜੀ ਆਪਣੀ ਨਿਮਰਤਾ ਜਤਾਉਂਦੇ ਹਨ। ਕਹਿੰਦੇ ਹਨ ਕਿ ਮੈਂ ਅਵਗਣ ਹਾਰਾ ਹਾਂ, ਹਮ ਅਵਗੁਣ ਪਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖ ਖਾਈ, ਮਾਇਆ ਮੋਹ ਭਰਮ ਪੈ ਭੁੱਲੇ, ਸੁਤ ਦਾਰਾਂ ਸਿਓ ਪ੍ਰੀਤ ਲਗਾਈ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀ ਰਤ ਕੀ, ਗੁਰ ਰਾਮਦਾਸ ਰਾਖੋ ਸਰਨਾਈ। ਕਿ ਭਗਵਾਨ ਦਾ ਬਿਰਧ ਹੀ ਐਸਾ ਕਿ ਮੇਰੇ ਵਿੱਚ ਅਨੇਕਾਂ ਹੀ ਤਰ੍ਹਾਂ ਦੇ ਅਵਗਣ ਹਨ, ਇੱਕ ਵੀ ਚੱਜ ਦਾ ਗੁਣ ਨਹੀਂ ਹੈਗਾ। ਇਹ ਭਗਤ ਪ੍ਰਹਿਲਾਦ ਜੀ ਦੀ ਨਿਮਰਤਾ ਹੈ। ਜਿੰਨੇ ਭਗਤ ਪ੍ਰਹਿਲਾਦ ਜੀ ਦੇ ਵਿੱਚ ਗੁਣ ਹਨ, ਮੇਰੇ ਵਰਗਿਆਂ ਵਿੱਚ, ਸਾਡੇ ਵਰਗਿਆਂ ਵਿੱਚ ਤਾਂ ਇੱਕ ਵੀ ਨਹੀਂ। ਸੋ ਭਗਤ ਪ੍ਰਹਿਲਾਦ ਜੀ ਦਾ ਸਭ ਤੋਂ ਸ੍ਰੇਸ਼ਟ ਗੁਣ ਹੈ, ਆਪਸ ਕੋ ਜੋ ਜਾਣੈ ਨੀਚਾ, ਸੋ ਗਣੀਐ ਸਭ ਦੇ ਉੱਚਾ। ਭਗਤ ਪ੍ਰਹਿਲਾਦ ਜੀ ਨੇ, ਭਗਤ ਉਹਨਾਂ ਨੇ ਆਪਣੀ ਭਗਤੀ ਨੂੰ ਜਨਾਉਂਦਿਆਂ ਹੋਇਆਂ ਭਗਵਾਨ ਨਰਸਿੰਘ ਦੇ ਚਰਨਾਂ ਵਿੱਚ ਬੇਨਤੀ ਕੀਤੀ ਕਿ ਮੈਂ ਅਵਗਣ ਹਾਰਾ ਹਾਂ, ਮੇਰੇ ਵਿੱਚ ਕੋਈ ਵੀ ਚੱਜ ਦਾ ਗੁਣ ਨਹੀਂ, ਮੈਂ ਵੱਡਾ ਪਾਪੀ ਹਾਂ। ਬਿਨਾ ਕਾਜ ਜਗ ਜੀਵ ਸੰਤਾਪੀ। ਜਿਹੜਾ ਬੰਦਾ ਸੰਸਾਰ ਦੇ ਉੱਪਰ ਬਿਨਾਂ ਕਿਸੇ ਮਨੋਰਥ ਤੋਂ ਆਪਣਾ ਜਿਹੜਾ ਜੀਵਨ ਬਤੀਤ ਕਰਦਾ ਹੈ, ਐਸਾ ਜਿਹੜਾ ਜੀਵਨ ਹੈ ਬਿਨਾਂ ਕਿਸੇ ਮਨੋਰਥ ਤੋਂ ਬਹੁਤ ਵੱਡਾ ਸੰਤਾਪ ਬਣ ਜਾਣਾ ਕਰਦਾ ਹੈ। ਤੁਮਰੋ ਜਗ ਮੈਂ ਬਿਰਧ ਸੁਹਾਵਨ। ਹੇ ਅਕਾਲ ਪੁਰਖ ਵਾਹਿਗੁਰੂ, ਤੁਹਾਡਾ ਜਿਹੜਾ ਸੰਸਾਰ ਦੇ ਵਿੱਚ, ਸਮੁੱਚੀ ਕਾਇਨਾਤ ਦੇ ਵਿੱਚ ਜਿਹੜਾ ਬਿਰਧ ਹੈ ਪਤਿਤ ਪਾਵਨ ਹੈ, ਭਾਵ ਪਾਪੀਆਂ ਨੂੰ ਪਵਿੱਤਰ ਕਰਨ ਵਾਲਾ ਹੈ। ਹਉ ਪਾਪੀ ਤੂੰ ਬਖਸ਼ਣਹਾਰ, ਜਿਹੜਾ ਤੁਹਾਡਾ ਬਿਰਧ ਹੈ ਸਦਾ ਹੀ ਬਖਸ਼ਿੰਦ ਹੈ। ਦੀਨ ਨਿਵਾਜ ਪਤਿਤ ਕੇ ਪਾਵਨ। ਆਪ ਜੀ ਆਪਣੀ ਸ਼ਰਨ ਵਿੱਚ ਆਇਆ ਹੋਇਆਂ ਦੀਨਾਂ ਨੂੰ ਨਵਾਜਦੇ ਹੋ ਅਤੇ ਪਾਪੀਆਂ ਨੂੰ ਪਵਿੱਤਰ ਕਰ ਦੇਣ ਵਾਲੇ ਹੋ। ਛਮਾ ਧਾਰ ਦੀ ਜੈ ਤੇ ਮੁਖਾ। ਅਤੇ ਮੇਰੇ ਪਿਤਾ ਨੂੰ ਮਾਫ ਕਰ ਦੇਣਾ ਕਰੋ, ਉਹਨਾਂ ਨੂੰ ਮੁਕਤੀ ਦੀ ਦਾਤ ਦੇ ਦੇਣਾ ਕਰੋ। ਏਕ ਨਾ ਗੁਨੀਏ ਮਨ ਮੈਂ ਦੁਖਾ। ਅਤੇ ਆਪਣੇ ਮਨ ਦੇ ਵਿੱਚ ਉਹਨਾਂ ਦਾ ਇੱਕ ਵੀ ਜਿਹੜਾ ਔਗਣ ਹੈ, ਇੱਕ ਵੀ ਪਾਪ ਆਪਣੇ ਮਨ ਵਿੱਚ ਨਾ ਲੈ ਕੇ ਆਉਣਾ ਕਰੋ। ਸ਼੍ਰੀ ਨਰਸਿੰਘ ਕਿਰਪਾ ਰਸ ਪੀਨੇ। ਉਸ ਵਕਤ ਭਗਤ ਪ੍ਰਹਿਲਾਦ ਜੀ ਦੀਆਂ ਐਸੀਆਂ ਨਿਮਰਤਾ ਭਰੀਆਂ ਬੇਨਤੀਆਂ ਨੂੰ ਸੁਣ ਕਰਕੇ ਭਗਤ ਜੋ ਪ੍ਰਹਿਲਾਦ ਜੀ ਹਨ, ਇੰਨੀ ਨਿਮਰਤਾ ਦੇ ਵਿੱਚ ਆਏ, ਆਪਣੇ ਆਪ ਨੂੰ ਪਾਪੀ ਕਹਿ ਰਹੇ ਨੇ, ਆਪਣੇ ਆਪ ਨੂੰ ਅਵਗਣਿਹਾਰਾ ਕਹਿ ਰਹੇ ਨੇ। ਉਸ ਵਕਤ ਭਗਵਾਨ ਨਰਸਿੰਘ ਨੇ ਉਹਨਾਂ ਵਿੱਚ ਐਸੀ ਨਿਮਰਤਾ ਜਾਣ ਕਰਕੇ
ਉਹਨਾਂ ਦੀ ਉੱਪਰ ਅਤਿਅੰਤ ਪ੍ਰਸੰਨ ਹੋ ਕਰਕੇ ਪ੍ਰੇਮ ਦੇ ਵਿੱਚ ਭਿੱਜ ਕਰਕੇ ਕਹਿਣਾ ਕੀਤਾ। ਬੋਲੇ ਬਿਗਸਤ ਬਚਨ ਪ੍ਰਵੀਨੇ, ਬਹੁਤ ਖੁਸ਼ ਹੋ ਕਰਕੇ ਖੁਸ਼ੀ ਨੂੰ ਦੇਣ ਵਾਲੇ, ਸੁੱਖਾਂ ਨੂੰ ਦੇਣ ਵਾਲੇ ਜਿਹੜੇ ਬਚਨ ਹਨ ਕਹਿਣਾ ਕੀਤੇ। ਜਿਹ ਕੁਲ ਜਨਮਿਓ ਤੂੰ ਮਮ ਦਾਸਾ, ਭਗਵਾਨ ਨਰਸਿੰਘ ਜੀ ਕਹਿੰਦੇ ਹਨ ਕਿ ਜਿਸ ਕੁਲ ਦੇ ਵਿੱਚ ਤੂੰ ਮੇਰਾ ਭਗਤ ਬਣ ਕੇ ਪ੍ਰਗਟ ਹੋਇਆ ਹੈ, ਮੇਰਾ ਭਗਤ ਬਣ ਕਰਕੇ ਪੈਦਾ ਹੋਇਆ ਹੈ, ਧਨ ਸੋ ਵੰਸ, ਧਨ ਸੋ ਪਿਤਾ, ਧਨ ਸੋ ਮਾਤਾ, ਜਿਨ ਜਨ ਜਨੇ, ਜਿਨ ਸਾਸ ਗਰਾਸ ਤੇ ਆਇਆ ਮੇਰਾ ਹਰ ਹਰ। ਸੋ ਇਸ ਪ੍ਰਕਾਰ ਦੇ ਨਾਲ ਸਾਚੀ ਦਰਗਹਿ ਤੇ ਜਨ ਬਨੇ। ਸੋ ਪ੍ਰਮਾਤਮਾ ਐਸੀ ਵਡਿਆਈ ਕਰਦੇ ਹਨ ਕਿ ਜਿਹੜੀ ਕੁਲ ਦੇ ਵਿੱਚ ਤੂੰ ਮੇਰਾ ਭਗਤ ਪ੍ਰਗਟ ਹੋ ਕਰਕੇ ਪੈਦਾ ਹੋਇਆ ਹੈ, ਭਗਤ ਕੀਨ ਦ੍ਰਿੜ ਲਖਿਓ ਨਾ ਤਰਾਸਾ, ਤੂੰ ਬਿਨਾਂ ਕਿਸੇ ਡਰ ਤੋਂ, ਤੇਰੇ ਤਾਈ ਹਰਨਾਕਸ਼ ਨੇ ਬੜੇ ਡਰ ਬੜੇ ਭੈ ਦੇਣਾ ਕੀਤੇ, ਪਰ ਤੂੰ ਇਹਨਾਂ ਡਰਾਂ ਦੀ ਪਰਵਾਹ ਨਹੀਂ ਕਰਨਾ ਕੀਤੀ। ਨਿਸ਼ਚਿੰਤ ਹੋ ਕਰਕੇ, ਇੱਕ ਮਨ ਚਿੱਤ ਹੋ ਕਰਕੇ ਜਿਹੜੀ ਮੇਰੀ ਭਗਤੀ ਹੈ ਪ੍ਰਪੱਕ ਹੋ ਕਰਕੇ ਕਰਨਾ ਕੀਤੀ। ਓ ਸੰਦੇਹ ਤੇ ਪਿਤਗਤ ਕਾਰੇ, ਇਸ ਵਿੱਚ ਕਿਸੇ ਪ੍ਰਕਾਰ ਦਾ ਕੋਈ ਸ਼ੰਕਾ ਨਹੀਂ ਕਿ ਤੇਰੀ ਭਗਤੀ ਨੂੰ ਲਾਜ ਰੱਖਦੇ ਹੋਏ ਅਸੀਂ ਤੇਰੇ ਪਿਓ ਦਾ ਉਧਾਰ ਨਾ ਕਰੀਏ, ਭਾਵ ਅਸੀਂ ਜ਼ਰੂਰ ਉਹਨਾਂ ਦਾ ਉਧਾਰ ਕਰਾਂਗੇ, ਅਸੀਂ ਜ਼ਰੂਰ ਉਹਨਾਂ ਦੀ ਮੁਕਤੀ ਕਰਾਂਗੇ। ਜਗ ਸਾਗਰ ਕੁਲ 21 ਤਾਰੇ, ਅਤੇ ਤੇਰਾ ਹੀ ਨਹੀਂ, ਸੰਸਾਰ ਦੇ ਅੰਦਰ ਜਿਹੜੀਆਂ ਤੇਰੀਆਂ 21 ਕੁੱਲਾਂ ਦਾ ਉਧਾਰ ਕਰਾਂਗੇ। 7 ਦਾਤਕਿਆਂ ਦੀਆਂ, 7 ਨਾਨਕਿਆਂ ਦੀਆਂ ਤੇ 7 ਸਹੁਰਿਆਂ ਦੀਆਂ। ਇਹ ਜਿਹੜੇ ਭਗਤ ਜਨ ਹੋਇਆ ਕਰਦੇ ਹਨ, ਇਹਨਾਂ ਦੀਆਂ 21 ਕੁੱਲਾਂ ਇਸ ਸੰਸਾਰ ਰੂਪੀ ਭਵ ਸਾਗਰ ਤੋਂ ਤਰ ਜਾਇਆ ਕਰਦੀਆਂ ਹਨ। ਅਸ ਕਹਿ ਦੀਨ ਰਾਜ ਅਵਖੇਕਾ, ਸੋ ਇਸ ਪ੍ਰਕਾਰ ਭਗਵਾਨ ਨਰਸਿੰਘ ਨੇ ਭਗਤ ਪ੍ਰਹਿਲਾਦ ਜੀ ਦੀ ਬੇਨਤੀ ਨੂੰ ਮੰਨਦੇ ਹੋਇਆਂ ਉਹਨਾਂ ਦੇ ਪਿਤਾ ਦੇ ਜਿਹੜੇ ਪਾਪ ਹਨ ਬਖਸ਼ ਦੇਣਾ ਕੀਤੇ, ਉਹਨਾਂ ਨੂੰ ਮੁਕਤੀ ਦੇ ਦੇਣਾ ਕੀਤੀ ਅਤੇ ਪ੍ਰਸੰਨ ਹੋ ਕਰਕੇ ਦੈਤਾਂ ਦਾ ਰਾਜਾ ਬਣਾ ਦੇਣਾ ਕੀਤਾ ਅਤੇ ਜੋ ਰਾਜ ਤਿਲਕ ਹੈ ਦੇ ਦੇਣਾ ਕੀਤਾ। ਕਿਰਪਾ ਧਾਰ ਮੁਝ ਸਹਿਤ ਬਿਬਿਕਾ, ਉਸ ਵਕਤ ਭਗਤ ਪ੍ਰਹਿਲਾਦ ਜੀ ਕਹਿਣਾ ਕਰਦੇ ਹਨ ਕਿ ਭਗਵਾਨ ਮੇਰੇ ਤੇ ਇਤਨਾ ਜ਼ਿਆਦਾ ਪ੍ਰਸੰਨ ਹੋਏ, ਉਹਨਾਂ ਨੇ ਗਿਆਨ ਦੇ ਸਹਿਤ ਮੇਰੇ ਤੇ ਐਸੀ ਕਿਰਪਾ ਕਰਨਾ ਕੀਤੀ। ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਮੇਰੇ ਤਾਈਂ ਗਿਆਨ ਦੀ ਦਾਤ ਦੇਣਾ ਕੀਤੀ, ਕਿਉਂਕਿ ਪ੍ਰਭ ਕੈ ਸਿਮਰਨ ਰਿੱਧ ਸਿੱਧ ਨੌ ਨਿਧ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਪ੍ਰਭੂ ਦਾ ਸਿਮਰਨ ਕਰਨ ਦੇ ਨਾਲ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ। ਪ੍ਰਭੂ ਦਾ ਨਾਮ ਸਿਮਰਨ ਕਰਨ ਦੇ ਨਾਲ ਬੰਦੇ ਦੇ ਤਾਈਂ ਤਤ ਦੇ ਗਿਆਨ ਨੂੰ ਜਾਣਨ ਵਾਲੀ ਜਿਹੜੀ ਬੁੱਧੀ ਹੈ ਪ੍ਰਾਪਤ ਹੋ ਜਾਂਦੀ ਹੈ। ਇਹ ਪ੍ਰਮਾਤਮਾ ਦੇ ਨਾਮ ਜਪਣ ਦੀ ਬਹੁਤ ਵੱਡੀ ਖਾਸੀਅਤ ਹੈ। ਬਹੁਰੋ ਸ਼੍ਰੀ ਨਰਸਿੰਘ ਮਹਾਨਾ, ਉਸ ਵਕਤ ਭਗਤ ਪ੍ਰਹਿਲਾਦ ਜੀ ਬਾਬਾ ਬਾਲਾ ਜੀ ਦੇ ਤਾਈਂ ਆਪਣੀ ਸਾਰੀ ਆਤਮ ਕਥਾ ਸੁਣਾਉਂਦੇ ਹੋਏ ਕਹਿੰਦੇ ਹਨ ਕਿ ਮੇਰੇ ਤਾਈਂ ਰਾਜ ਤਿਲਕ ਦੇ ਕਰਕੇ, ਮੇਰੇ ਤਾਈਂ ਮਹਾਨ ਮਹਾਨ ਬਖਸ਼ਿਸ਼ਾਂ ਦੇ ਕਰਕੇ ਭਗਵਾਨ ਨਰਸਿੰਘ ਜੀ ਬਾਅਦ ਵਿੱਚ ਸਭ ਦੇਖਤ ਭੇ ਅੰਤਰ ਧਿਆਨਾ, ਸਾਰੀ ਖਲਕਤ ਦੇ ਦੇਖਦਿਆਂ ਦੇਖਦਿਆਂ ਅੰਤਰ ਧਿਆਨ ਹੋ ਕਰਕੇ ਅਲੋਪ ਹੋ ਜਾਣਾ ਕੀਤੇ। ਸੋ ਪ੍ਰਭ ਆਵ ਕਲ ਕਾਲ ਮਜ਼ਾਰਾ, ਸੋ ਉਸ ਵਕਤ ਭਗਤ ਪ੍ਰਹਿਲਾਦ ਜੀ ਆਪਣੀ ਸਾਰੀ ਕਥਾ ਬਾਬਾ ਬਾਲਾ ਜੀ ਨੂੰ ਸੁਣਾਉਂਦੇ ਹੋਇਆਂ ਕਹਿੰਦੇ ਹਨ ਕਿ ਉਹ ਜੋ ਭਗਵਾਨ ਜਿਨ੍ਹਾਂ ਨੇ ਸਤਜੁਗ ਦੇ ਵਿੱਚ ਮੇਰੀ ਪੈਜ ਨਰਸਿੰਘ ਦਾ ਅਵਤਾਰ ਧਾਰ ਕੇ ਰੱਖਣਾ ਕੀਤੀ, ਹੁਣ ਉਹੀ ਅਕਾਲ ਪੁਰਖ ਵਾਹਿਗੁਰੂ ਕਲਯੁਗ ਵਰਗੇ ਭਿਆਨਕ ਸਮੇਂ ਦੇ ਅੰਦਰ ਸਮੁੱਚੀ ਮਾਨਵਤਾ ਦਾ ਉਧਾਰ ਕਰਨ ਵਾਸਤੇ, ਜਗਤ ਜਲੰਦੇ ਨੂੰ ਤਾਰਨ ਵਾਸਤੇ ਪ੍ਰਗਟ ਹੋਏ ਹਨ। ਬਾਣੀ ਦੇ ਮਹਾਵਾਕ ਹਨ, ਪ੍ਰਥਮੇ ਨਾਨਕ ਚੰਦ ਜਗਤ ਭਇਓ ਆਨੰਦ, ਤਾਰਨ ਮਨੁੱਖਿ ਜਨ ਕੀਓ ਪ੍ਰਗਾਸ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਸਾਰੀ ਮਾਨਵਤਾ ਦਾ ਉਧਾਰ ਕਰਨ ਵਾਸਤੇ, ਉਹਨਾਂ ਨੂੰ ਸਿੱਧੇ ਰਾਹ ਪਾਉਣ ਵਾਸਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਅਵਤਾਰ ਧਾਰਨਾ ਕੀਤਾ। ਭਾਈ ਗੁਰਦਾਸ ਜੀ ਵੀ ਲਿਖਦੇ ਹਨ, ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ। ਭਗਤ ਸਰੂਪ ਧਰਿਓ ਅਵਤਾਰਾ, ਸੋ ਕਲਯੁਗ ਸਮੇਂ ਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਨੇ ਹੁਣ ਭਗਤੀ ਦੇ ਸਰੂਪ ਦਾ ਜਿਹੜਾ ਅਵਤਾਰ ਧਾਰਨਾ ਕੀਤਾ ਹੈ। ਨਰ ਮਲੀਨ ਅਗ ਪੀਨ ਨਿਹਾਰੇ, ਕਲਯੁਗ ਦੇ ਵਿੱਚ ਆ ਕਰਕੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਮਾਨਵਤਾ ਦੇ ਵੱਲ ਵੇਖਣਾ ਕੀਤਾ
ਕਿ ਇਹ ਪੰਜਾਂ ਵਿਕਾਰਾਂ ਦੇ ਵਿੱਚ ਗਰਸੇ ਹੋਏ ਹਨ, ਕਾਮੀ, ਕ੍ਰੋਧੀ, ਲੋਭੀ, ਹੰਕਾਰੀ ਹਨ। ਇਹਨਾਂ ਵਿਸ਼ੇ ਵਿਕਾਰਾਂ ਵਿੱਚ ਲੱਗ ਕਰਕੇ ਬਹੁ ਪਰਪੰਚਕਾਰ ਪਰ ਧਿਆਨ ਲਿਆਵੈ, ਸੁਤ ਦਾਰਾ ਪੈ ਆਣ ਲਟਾਵੈ। ਧਨ ਦੀ ਪ੍ਰਾਪਤੀ ਵਾਸਤੇ, ਦੁਨਿਆਵੀ ਧਨ ਨੂੰ ਇਕੱਠਾ ਕਰਨ ਵਾਸਤੇ ਅਨੇਕਾਂ ਤਰ੍ਹਾਂ ਦੇ ਯਤਨ ਕਰਦੇ ਹਨ। ਚੋਰੀਆਂ, ਜਾਰੀਆਂ, ਠੱਗੀਆਂ ਕਰ ਰਹੇ ਹਨ ਅਤੇ ਮਾਨਵਤਾ ਦਾ ਘਾਣ ਕਰ ਰਹੇ ਹਨ। ਆਪਣਾ ਜਿਹੜਾ ਜੀਵਨ ਹੈ ਉਸ ਨੂੰ ਖਰਾਬ ਕਰ ਰਹੇ ਹਨ। ਉਸ ਵਕਤ ਐਸੇ ਪਾਪੀ ਜਿਨ੍ਹਾਂ ਦੀ ਮਤ ਮਲੀਨ ਹੈ, ਮੈਲੀ ਮਤ ਵਾਲੇ ਮਨੁੱਖਾਂ ਦਾ ਉਧਾਰ ਕਰਨ ਵਾਸਤੇ, ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਮੈਲੀ ਮਤ ਵਾਲਿਆਂ ਦੀ ਜਿਹੜੀ ਮਤ ਹੈ ਉਜਲ ਹੋ ਜਾਂਦੀ ਹੈ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਹੀ ਐਸੇ ਹਨ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਤਰਿਆ ਰੇ। ਗੁਰ ਨਾਨਕ ਜਿਨ ਸੁਨਿਆ ਪੇਖਿਆ, ਸੇ ਫਿਰ ਗਰਬਾਸ ਨਾ ਪਰਿਆ ਰੇ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਐਸੀ ਵਡਿਆਈ ਹੈ, ਜਿਨ੍ਹਾਂ ਦੀ ਵਡਿਆਈ ਨੂੰ ਸੁਣਦੇ ਨਾਲ, ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਜਿਹੜਾ ਬੰਦਾ ਹੈ ਜਾਮਪੁਰੀ ਨੂੰ ਨਹੀਂ ਜਾਂਦਾ। ਬਾਣੀ ਦੇ ਮਹਾਵਾਕ ਹਨ, ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ, ਨਾ ਹਉ ਨਾ ਤੂੰ ਨਹਿ ਛੁਟ ਹੈ, ਨਿਕਟ ਨਾ ਜਾਈਏ ਉਹ ਦੂਤ। ਧਰਮ ਰਾਜਾ ਜਮਦੂਤਾਂ ਨੂੰ ਕਹਿੰਦਾ ਜਿੱਥੇ ਸਤ ਸੰਗਤ ਹੋ ਰਹੀ ਹੋਵੇ, ਜਿੱਥੇ ਗੁਰਮੁਖ ਜਨ ਮਿਲ ਕਰਕੇ ਸਤ ਸੰਗਤ ਕੈਸੀ ਜਾਣੀਐ, ਜਿੱਥੇ ਇੱਕੋ ਨਾਮ ਵਖਾਣੀਐ, ਜਿੱਥੇ ਸੰਗਤ ਬੈਠ ਕਰਕੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਨਾਮ ਜਪ ਰਹੀ ਹੋਵੇ, ਉਥੇ ਕਦੀ ਭੁੱਲ ਭੁਲੇਖੇ ਵੀ ਨਹੀਂ ਜਾਣਾ। ਜੇਕਰ ਜਾਏਗਾ ਤੂੰ ਫੜਿਆ ਜਾਏਗਾ, ਅਤੇ ਜੇਕਰ ਤੈਨੂੰ ਛਡਾਉਣ ਮੈਂ ਗਿਆ ਤਾਂ ਨਾ ਹਉ ਨਾ ਤੂੰ ਨਹਿ ਛੁੱਟ ਹੈ, ਨਾ ਤੂੰ ਛੁੱਟੇਗਾ ਅਤੇ ਨਾ ਤੈਨੂੰ ਛਡਾਉਣ ਗਏ ਨੂੰ ਮੈਂ ਛੁੱਟਣਾ ਕਰਾਂਗਾ। ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਇਤਨੀ ਜ਼ਿਆਦਾ ਮਹਿਮਾ ਹੈ। ਘੋਰ ਦੁਖਿਅੰ ਅਨਕ ਹਤਿਅੰ ਜਨਮ ਦਾਰਿਦ੍ਰੰ ਮਹਾ ਬਿਖਿਆਦੰ, ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ, ਪਾਵਕ ਕਾਸ਼ਟ ਭਸਮੰ ਕਰੋਤ। ਪਾਤਸ਼ਾਹ ਜੀ ਬਾਣੀ ਵਿੱਚ ਫਰਮਾਉਂਦੇ ਹਨ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੀ ਸ਼ਖਸੀਅਤ ਇਤਨੀ ਮਹਾਨ ਹੈ ਕਿ ਬੰਦਾ ਜਨਮਾਂ ਜਨਮਾਂ ਦਾ ਦਲਿਦਰੀ ਹੋਣਾ ਕਰੇ, ਬੰਦੇ ਨੇ ਘੋਰ ਭਿਆਨਕ ਪਾਪ ਕੀਤੇ ਹੋਏ ਹੋਣ ਅਤੇ ਕੰਗਾਲ ਹੋਵੇ, ਜੇਕਰ ਉਹ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਨਾਮ ਧਿਆ ਲੈਣਾ ਕਰੇ, ਘੋਰ ਦੁਖਿਅੰ ਅਨਕ ਹਤਿਅੰ ਜਨਮ ਦਾਰਿਦ੍ਰੰ, ਜਨਮਾਂ ਜਨਮਾਂ ਦੀ ਗਰੀਬੀ ਹੋਣਾ ਕਰੇ, ਮਿਟੰਤ ਸਗਲ ਸਿਮਰੰਤ ਹਰ ਨਾਮ ਨਾਨਕ ਜੈਸੇ, ਪਾਵਕ ਕਾਸ਼ਟ ਭਸਮੰ ਕਰੋਤ। ਉਹ ਇੱਕ ਛਿਨ ਮਾਤਰ ਵੀ ਜੇਕਰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਨਾਮ ਧਿਆ ਲੈਣਾ ਕਰੇ ਨਾ, ਤਾਂ ਸਾਰੇ ਜਿਹੜੇ ਦੁੱਖ ਹਨ ਦੂਰ ਹੋਣਾ ਕਰਨਗੇ। ਜਿਵੇਂ ਅੱਗ ਹੈ, ਜਿਤਨੀਆਂ ਮਰਜ਼ੀ ਅੱਗ ਵਿੱਚ ਲੱਕੜਾਂ ਪਾ ਦੇਣਾ ਕਰੋ, ਅੱਗ ਸਾਰੀਆਂ ਲੱਕੜਾਂ ਨੂੰ ਭਸਮ ਕਰ ਦਿੰਦੀ ਹੈ। ਉਸੀ ਪ੍ਰਕਾਰ ਜਿਹੜੇ ਵਿਕਾਰ ਹਨ, ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਨਾਮ ਪਾਪਾਂ ਵਾਸਤੇ ਅੱਗ ਦੇ ਸਮਾਨ ਹੈ। ਅਗੰਗ ਓਗ ਹਰਤਾ, ਪਾਪਾਂ ਦੇ ਸਮੂਹ ਨੂੰ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਨਾਮ ਹੈ ਮੇਟ ਦੇਣਾ ਕਰਦਾ ਹੈ, ਬੰਦੇ ਨੂੰ ਪਵਿੱਤਰ ਕਰ ਦਿੰਦਾ ਹੈ। ਤਿਨ ਹੈ ਬਤਾਵਨ ਪੰਥ ਸੁਥਾਰੇ। ਸੋ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਮਾਨਵਤਾ ਦਾ ਉਧਾਰ ਕਰਨ ਵਾਸਤੇ, ਉਹਨਾਂ ਨੂੰ ਸੰਸਾਰ ਰੂਪੀ ਭਵ ਸਾਗਰ ਤੋਂ ਪਾਰ ਉਤਾਰੇ ਵਾਸਤੇ, ਜਿਨ੍ਹਾਂ ਨੇ ਸਾਰੀ ਮਾਨਵਤਾ ਦੇ ਤਾਈਂ ਸੌਖਾ ਰਸਤਾ ਦੇਣਾ ਕੀਤਾ। ਸੌਖਾ ਰਸਤਾ ਕੀ ਹੈ? ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ। ਦਾਸ ਜਾਨ ਮੁਝ ਦਰਸ਼ਨ ਕੀਂਦੀਨਾ। ਅਤੇ ਭਗਤ ਪ੍ਰਹਿਲਾਦ ਜੀ ਕਹਿੰਦੇ ਹਨ ਕਿ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਮੈਨੂੰ ਆਪਣੇ ਦਰ ਘਰ ਦਾ ਦਾਸ ਜਾਣ ਕਰਕੇ ਮੈਨੂੰ ਆਪਣੇ ਪਵਿੱਤਰ ਪਾਵਨ ਜੋ ਦਰਸ਼ਨ ਹਨ ਬਖਸ਼ਿਸ਼ ਕਰਨਾ ਕੀਤੇ। ਤਵ ਤਨ ਧਰ ਨਰ ਹਰਿ ਰਖ ਕੀਨਾ। ਅਤੇ ਸਤਜੁਗ ਦੇ ਵਿੱਚ ਮੇਰੀ ਇੱਜ਼ਤ ਰੱਖਣ ਵਾਸਤੇ, ਮੇਰੀ ਪੈਜ ਰੱਖਣ ਵਾਸਤੇ ਉਹਨਾਂ ਨੇ ਨਰ ਸਿੰਘ ਦਾ ਸਰੂਪ ਧਾਰਨਾ ਕੀਤਾ। ਮੋਹ ਸੰਗ ਇਮ ਭਾ ਬਿਰਤੰਤੇ। ਅਤੇ ਹੁਣ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ ਸਰੂਪ ਭਗਤੀ ਸਰੂਪ ਦੇ ਵਿੱਚ ਅਵਤਾਰ ਧਾਰਿਆ ਹੈ। ਸੋ ਉਸ ਵਕਤ ਬਾਬਾ ਬਾਲਾ ਜੀ ਕਹਿੰਦੇ ਹਨ ਕਿ ਭਗਤ ਪ੍ਰਹਿਲਾਦ ਜੀ ਨੇ ਸਾਰਾ ਜਿਹੜਾ ਮੇਰਾ ਆਤਮ ਕਥਾ ਹੈ ਉਹਨਾਂ ਨੇ ਸੁਣਾਉਣਾ ਕੀਤੀ। ਸੁਨਹੁ ਕਾਨ ਬਾਲੇ ਮਤਵੰਤੇ। ਸੋ ਉਸ ਵਕਤ ਬਾਬਾ ਬਾਲਾ ਜੀ ਦੇ ਤਾਈਂ ਭਗਤ ਪ੍ਰਹਿਲਾਦ ਜੀ ਕਹਿੰਦੇ ਹਨ ਕਿ ਕੰਨਾਂ ਨੂੰ ਦੇ ਕਰਕੇ ਧਿਆਨ ਪੂਰਵਕ ਮੇਰੀ ਕਥਾ ਨੂੰ ਸੁਣਨਾ ਕਰੋ। ਸੋ ਕਿੱਡਾ ਸੁੰਦਰ ਬਚਨ ਹੈ ਸੰਗਤ ਜੀ, ਸਾਡੇ ਸਾਰਿਆਂ ਦੇ ਹਿਰਦਿਆਂ ਦੇ ਵਿੱਚ ਵਸਾਉਣ ਵਾਲਾ।
क्योंकि कथा नूं जेकर मन दीआं चित बिरतियां एकागर ना करके सुणीए तां सारी कथा दा जिहड़ा फल भाव है बंदे नूं प्राप्त नहीं हुंदा। सो साडे ताईं कितनी ज़्यादा सिੱਖਿਆ ਦਿੰਦੇ ਹਨ कि भगत प्रहलाद जी कहते हैं कि हे सियाणे सूझवान बुद्धि जीव बाबा बाला जी मेरी कथा नूं ध्यान पूर्वक तुसी सुनना कीता है। श्री अंगत सुनिए मन लाही। उस वक्त बाबा बाला जी श्री खडूर साहिब विखे धन गुरु अंगद देव सच्चे पातशाह जी के चरणों में सारी धन गुरु नानक देव सच्चे पातशाह जी के पवित्र जीवन कौतकों की कथा विचारता सरवण करवा रहे सन। अते उस वक्त बाबा बाला जी ने कहना किया सतगुरु सच्चे पातशाह जी उस वक्त पातशाह जी दे नाल भगत प्रहलाद जी दा मिलाप होया अते भगत प्रहलाद जी ने अपनी सारी आत्म कथा सानू सुनाउणा कीती। हुण जो अगे आउण वाली कथा है आप जी सरवण करो। सुनी सर्ब का जब कथा सुहाई। उस वक्त भगत प्रहलाद जी दी सारी जिहड़ी सहावनी कथा है सारी सिख संगत ने धन श्री गुरु अंगद देव सच्चे पातशाह जी ने मन दीआं बिरतियां नूं एकाग्र चित करदियां होया सरवण करना कीती। बंद हाथ में बंधन कीनी। उस वक्त सारी सिख संगत ने दोवें हथ जोड़ करके कथा दी समाप्ति ते नमस्कार करना कीती। अते बाबा बाला जी भी कहते हैं कि जदों भगत प्रहलाद जी ने अपनी सारी कथा मैनूं संपूर्ण सुनाई उस वक्त कथा दे सत्कार वजों मैं भी नमस्कार करना कीती दोवें हथ जोड़ करके। भगतन ते महिमा वड चीनी। अते भगत प्रहलाद जी दे मखार बिंद तो इस संसार दे अंदर भगतां दी जेड़ी महिमा पारावार तो रहत है वो मैं जानना कीती। कितक काल श्री गुर तेह पासा। उस वक्त धन गुरु नानक देव सच्चे पातशाह जी कितना समा रह कर कीने बचन बिलासा। भगत प्रहलाद जी दे पास रह करके समा बतीत करना कीता उन्हां दे नाल बचन बिलास सांझे करदे रहे। करी परस पर दोह देश बंधन। ਅਤੇ ਉਸ ਵਕਤ ਜਗਤ ਜਲੰਦੇ ਨੂੰ ਤਾਰਨ ਵਾਸਤੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਅੱਗੇ ਪਿਆਨਾ ਕਰਨਾ ਕੀਤਾ ਅਤੇ ਭਗਤ ਪ੍ਰਹਿਲਾਦ ਜੀ ਨੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦੇ ਕਮਲ ਸਰੀਖੇ ਚਰਨਾਂ ਵਿੱਚ ਨਮਸਕਾਰ ਕਰਨਾ ਕੀਤੀ। ਅਗਰਜ ਗਮ ਨੇ ਦੋਖ ਨੇ ਕੰਦਨ। ਅਤੇ ਦੁੱਖਾਂ ਨੂੰ ਕੱਟਣ ਵਾਲੇ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਮਹਾਰਾਜ ਭਗਤ ਪ੍ਰਹਿਲਾਦ ਜੀ ਨੂੰ ਨਵਾਜਣ ਤੋਂ ਬਾਅਦ ਅਗਲੇ ਨਵੇਂ ਸਥਾਨਾਂ ਦੇ ਉੱਪਰ ਸੰਸਾਰ ਨੂੰ ਤਾਰਨ ਵਾਸਤੇ ਪਿਆਨਾ ਕਰਦੇ ਹਨ। ਸੋ ਗੁਰੂ ਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀ ਇੱਥੇ ਹੀ ਪ੍ਰਸੰਗ ਦੀ ਸਮਾਪਤੀ ਹੈ, ਇੱਥੇ ਹੀ ਕਥਾ ਦੀ ਸਮਾਪਤੀ ਹੈ। ਸਤਿਗੁਰਾਂ ਜੀ ਦੇ ਪਵਿੱਤਰ ਚਰਨਾਂ ਦੇ ਵਿੱਚ ਪਵਿੱਤਰ ਗੁਰ ਇਤਿਹਾਸ ਦੀ ਕਥਾ ਵਿਚਾਰਤਾ ਕਰਦਿਆਂ ਕਲਯੁਗ ਪ੍ਰਾਣੀ ਹੋਣ ਕਰਕੇ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਗਈਆਂ ਹਨ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਣਹਾਰ ਹਨ। ਆਪ ਗੁਰੂ ਰੂਪ ਸੰਗਤ ਬਖਸ਼ਣ ਯੋਗ ਹੋ ਬਖਸ਼ ਲੈਣਾ। ਅਗਾਂਹ ਵਾਸਤੇ ਸੁੱਧ ਅਤੇ ਸਪਸ਼ਟ ਕਥਾ ਵਿਚਾਰਤਾ ਕਰਨ ਦੀ ਉੱਚਾ ਸੁੱਚਾ ਰਹਿਤ ਮਰਿਆਦਾ ਵਾਲਾ ਜੀਵਨ ਦੀ ਦਾਤ ਬਖਸ਼ ਕਰਕੇ ਨਿਹਾਲ ਕਰਨਾ। ਸਤਿਗੁਰੂ ਜੀ ਕਿਰਪਾ ਕਰਨ ਪੜ੍ਹੀ ਸੁਣੀ ਕਥਾ ਵਿਚਾਰਤਾ ਦਾ ਫਲ ਭਾਵ ਸਾਡੇ ਸਾਰਿਆਂ ਦੇ ਹਿਰਦਿਆਂ ਤੇ ਵਸੇ ਤਾਂ ਜੋ ਲੋਕ ਪਰਲੋਕ ਸੁਹੇਲਾ ਹੋ ਸਕੇ। ਸੋ ਗੁਰੂ ਪਿਆਰੀ ਸੰਗਤ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟਾਨ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ। ਆਪ ਗੁਰੂ ਰੂਪ ਸੰਗਤ ਦਾ ਕੋਟਾਨ ਕੋਟਾਨ ਧੰਨਵਾਦ। ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ। ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਖਾਲਸਾ, ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ, ਜਥੇਦਾਰ ਤਖਤ ਸ੍ਰੀ ਅਕਾਲ ਤਖਤ ਸਾਹਿਬ ਅਤੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ ਖਾਲਸਾ, ਤਿੰਨਾਂ ਦਾ ਧੰਨਵਾਦ ਜਿਨ੍ਹਾਂ ਨੇ ਆਪ ਗੁਰੂ ਰੂਪ ਸੰਗਤ ਦੇ ਚਰਨਾਂ ਵਿੱਚ ਕਥਾ ਦੁਆਰਾ ਹਾਜ਼ਰੀਆਂ ਭਰਨ ਦਾ ਸਮਾਂ ਦੇ ਕਰਕੇ ਨਿਵਾਜਣਾ ਕੀਤਾ। ਸੋ ਹੋਈ ਭੁੱਲ ਚੁੱਕ ਦੀ ਮਾਫੀ ਬਖਸ਼ ਕਰਕੇ ਨਿਹਾਲ ਕਰਨਾ। ਲੇਖੇ ਕਤਹਿ ਨਾ ਛੁਟਿਆ ਹੈ ਖਿਨ ਖਿਨ ਭੁੱਲਣਹਾਰ ਬਖਸ਼ਣਹਾਰ ਬਖਸ਼ ਲੈ ਨਾਨਕ ਪਾਰ ਉਤਾਰ। ਇੱਥੇ ਹੀ ਦੋ ਪੰਕਤੀਆਂ ਪੜ੍ਹ ਕਰਕੇ ਸਮਾਪਤੀ ਹੈ। ਕਰੀ ਪਰਸ ਪਰ ਦੋਹੇ ਦੇਸ਼ ਬੰਧਨ ਅਗਰਜ ਗਮ ਨੇ ਦੋਖ ਨੇ ਕੰਦਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।